ਮਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਗਲ ਰਾਖੀ ਮੇਰੀ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸਹੁ ਕੁਰਸਹੁ ਝਟੀਐ। ਤੁਧ ਡਿਠੇ ਸੱਚੇ ਪਾਤਿਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਵਾਹਿਗੁਰੂ ਸਾਹਿਬ ਜੀ। ਘਰ ਘਰ ਫਿਰ ਥਾਕੀ ਕੋ ਤੇਰੇ, ਜਾਤ ਅਸੰਖ ਅੰਤ ਨਹੀਂ ਮੇਰੇ। ਘਰ ਘਰ ਫਿਰ ਥਾਕੀ ਕੋ ਤੇਰੇ, ਜਾਤ ਅਸੰਖ ਅੰਤ ਨਹੀਂ ਮੇਰੇ। ਕੀਤੇ ਮਾਤ ਪਿਤਾ ਸੁਤ ਧੀਆ, ਕੀਤੇ ਗੁਰ ਚੇਲੇ ਪੁਨ ਹੁਆ। ਪਾਤੇ ਗੁਰ ਤੇ ਮੁਕਤ ਨਾ ਹੁਆ, ਕੀਤੀ ਨਾਰ ਵਰ ਏਕ ਸਮਾਲ। ਗੁਰਮੁਖ ਮਰਨ ਜੀਵਨ ਪ੍ਰਭ ਨਾਲ, ਦਹ ਦਿਸ ਢੂੰਡ ਘਰਹਿ ਮੈਂ ਪਾਇਆ। ਮੇਲ ਭਇਆ ਸਤਿਗੁਰੂ ਮਿਲਾਇਆ, ਦਹ ਦਿਸ ਢੂੰਡ ਘਰਹਿ ਮੈਂ ਪਾਇਆ। ਮੇਲ ਭਇਆ ਸਤਿਗੁਰੂ ਮਿਲਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਚੌਰ ਛਤਰ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਮਹਾਨ ਰਹਿਮਤ ਬਖਸ਼ਿਸ਼ ਦਾ ਸਦਕਾ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨੇ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ, ਗਰੀਬ ਨਵਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਬਖਸ਼ਿਆ ਹੈ। ਆਪਣੇ ਅੰਮ੍ਰਿਤਮਈ ਦਰਸ਼ਨ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੇ। ਅੱਜ ਦਾ ਪਾਵਨ ਪਵਿੱਤਰ ਉਪਦੇਸ਼ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੱਖਣੀ ਓਅੰਕਾਰ ਦੀ 1ਵੀਂ ਪੌੜੀ ਅੰਦਰ ਬਖਸ਼ਿਸ਼ ਕਰ ਰਹੇ ਹਨ।
ਇਸ ਅੰਮ੍ਰਿਤ ਬਾਣੀ ਦੀਆਂ 54 ਪੌੜੀਆਂ ਹਨ ਸਾਰੀਆਂ। ਔਰ ਗੁਰੂ ਮਹਾਰਾਜ ਸਾਹਿਬ ਜੀ ਦੀ ਕਿਰਪਾ ਦੇ ਨਾਲ, ਸਤਿਗੁਰਾਂ ਦੀ ਬਖਸ਼ਿਸ਼ ਦੇ ਨਾਲ ਆਪਾਂ ਇੱਕ ਇੱਕ ਪੌੜੀ ਦੀ ਵਿਚਾਰ ਕਰ ਰਹੇ ਹਾਂ। ਅੱਜ ਦੀ ਜੋ ਇਹ 21ਵੀਂ ਪੌੜੀ ਹੈ, 932 ਅੰਗ ਤੇ ਸੋਭਨੀਕ ਹੈ। ਇਸ ਦੇ ਅੰਦਰ ਮਹਾਰਾਜ ਸਾਹਿਬ ਜੀ ਨੇ ਇੱਕ ਤਾਂ ਜੀਵ ਦੀ ਭਟਕਣਾ ਦਾ ਜ਼ਿਕਰ ਕੀਤਾ ਕਿ ਪੂਰੇ ਗੁਰੂ ਤੋਂ ਬਿਨਾ ਇਹ ਜੀਵ ਦੀ ਜਿੰਦ, ਇਹ ਜੀਵ ਇੰਨਾ ਭਟਕਦਾ ਹੈ ਜਿਸ ਦੀ ਗਿਣਤੀ ਕੋਈ ਨਹੀਂ ਹੈ। ਕਿੰਨੇ ਜਨਮ ਇਸ ਨੂੰ ਲੈਣੇ ਪੈਂਦੇ ਆ, ਕਿੰਨੀਆਂ ਜੂਨਾਂ ਵਿੱਚ ਜਾਣਾ ਪੈਂਦਾ ਹੈ। ਦੂਸਰਾ, ਮਹਾਰਾਜ ਸਾਹਿਬ ਜੀ ਨੇ ਇਸ ਪੌੜੀ ਅੰਦਰ ਦੱਸਿਆ ਹੈ ਕਿ ਕੱਚੇ ਗੁਰੂ ਤੋਂ ਕਦੀ ਵੀ ਮੁਕਤੀ ਪ੍ਰਾਪਤ ਨਹੀਂ ਹੁੰਦੀ। ਇਸ ਕਰਕੇ ਪੱਕੇ ਗੁਰੂ ਦੀ ਸ਼ਰਨ ਵਿੱਚ ਪੈਣਾ ਪਵੇਗਾ, ਤਾਂ ਜੀਵ ਦੇ ਬੰਧਨ ਕੱਟੇ ਜਾਣਗੇ, ਤਾਂ ਇਹ ਮੁਕਤ ਹੋ ਸਕਦਾ ਹੈ। ਜਿੰਨਾ ਚਿਰ ਇਹ ਕੱਚੇ ਗੁਰੂ ਕੋਲੇ ਜਾਂਦਾ ਹੈ ਨਾ, ਉਹਨਾਂ ਚਿਰ ਇਹਨੂੰ ਜੰਮਣਾ ਮਰਨਾ ਹੀ ਪੈਣਾ। ਤੇ ਗਰੀਬ ਨਵਾਜ ਸਾਹਿਬ ਜੀ ਨੇ ਫਿਰ ਇਸ ਪੌੜੀ ਵਿੱਚ ਇਹ ਵੀ ਬਚਨ ਕਿਹਾ ਕਿ ਜਗਿਆਸੂ ਨੇ 10 ਦਿਸ਼ਾ ਵਿੱਚ ਢੂੰਡ ਕੀਤੀ ਹੈ ਪਰਮੇਸ਼ਰ ਵਾਹਿਗੁਰੂ ਜੀ ਦੀ, ਪਰ ਜਿਸ ਵੇਲੇ ਪ੍ਰਾਪਤੀ ਹੋਈ ਤਾਂ ਘਰ ਦੇ ਵਿੱਚੋਂ ਹੀ ਹੋ ਗਈ। ਲੱਭਦਾ 10 ਦਿਸ਼ਾਵਾਂ ਵਿੱਚ ਰਿਹਾ, ਪਰ ਜਦੋਂ ਮਿਲਿਆ ਤੇ ਘਰੋਂ ਹੀ ਮਿਲ ਪਿਆ। ਕਿਵੇਂ ਮਿਲਿਆ? ਕਿਸ ਨੇ ਮਿਲਾਪ ਕਰਾਇਆ? ਆਖਿਆ ਸੱਚੇ ਗੁਰੂ ਨੇ, ਪੂਰੇ ਗੁਰੂ ਨੇ ਮਿਲਾਪ ਕਰਾਇਆ। तो ऐसा पावन पवित्र उपदेश महाराज साहब जी 21ਵੀਂ पौड़ी अंदर बख्शिश कर रहे हैं। शरधा भावना अदब सत्कार सहित सरवण करिए। उचारण करो जी सतनाम श्री गुरु साहिब जी। सतनाम श्री वाहे गुरु साहिब जी। कारदार फिर थाकी होते जगियासू बेनती करता है कि महाराज मेरी जिंद बहुत घरां दे विच बहुत दरवाजियां दे विच फिर करके थक गई है, क्योंकि गुरु साहब जी ने बाणी अपने मुखारबिंद तो उचारण की है। पर जो संसार की हालत है, जो जीवां दी जगियासुआं दी जिस तरह की दशा है, जो जगियासुआं दीयां बेनतियां सन, वो भी महाराज साहब जी ने अपने बचनां दे विच ही अंकित कीतियां। जिन्हां जिन्हां वल्लों जो सवाल जवाब होए, वो भी महाराज साहब जी ने उपदेश रूप दे विच अपने मुखारबिंद तो ही बाणी उचारण करके तां जगियासुआं दे जिहड़े भाव हन वो भी विच अंकित कीते। इत्थे जगियासू मुख द्वारा महाराज साहब जी ये उपदेश देंदे हन। जगियासू कहता है, जीव कहता है कि महाराज मैं बहुत फिरिया हाँ, बहुत भटकिया हाँ, फिरदा फिरदा थक ही गया। जिवें बचन आउंदे ना, फिरत फिरत प्रभ आया, महाराज फिरदा फिरदा आया।
ਪਰਿਆ ਤਉ ਸਰਨਾਏ। ਮਹਾਰਾਜ ਹੁਣ ਆਪ ਜੀ ਦੀ ਸ਼ਰਨ ਵਿੱਚ ਪਿਆ ਹਾਂ ਫਿਰ ਫਿਰ ਕੇ। ਬਹੁਤ ਥਾਵਾਂ ਤੇ ਮੈਂ ਫਿਰਿਆ, ਬਹੁਤ ਥਾਵਾਂ ਤੇ ਘੁੰਮਿਆ, ਫਿਰਦਾ ਫਿਰਦਾ ਥੱਕ ਗਿਆ। ਹੁਣ ਆਪ ਜੀ ਦੀ ਸ਼ਰਨ ਵਿੱਚ ਆਇਆ। ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਇੱਥੇ ਜਗਿਆਸੂ ਕਹਿੰਦਾ ਹੈ ਘਰ ਦਰ ਫਿਰ ਥਾਕੀ ਬਹੁ ਤੇਰੇ, ਕਿ ਮੇਰੀ ਜਿੰਦ ਬਹੁਤ ਘਰਾਂ ਵਿੱਚ ਫਿਰੀ, ਬਹੁਤ ਦਰਾਂ ਤੇ ਗਈ, ਤੇ ਫਿਰਦੀ ਫਿਰਦੀ ਥਾਕੀ ਥੱਕ ਗਈ। ਬਹੁ ਤੇਰੇ ਤੋਂ ਭਾਵ ਬਹੁਤੇ ਘਰਾਂ ਦੇ ਵਿੱਚ ਫਿਰਨਾ ਕੀਤਾ ਹੈ। ਕਦੀ ਕਿਸੇ ਘਰ ਵਿੱਚ, ਕਦੀ ਕਿਸੇ ਘਰ ਵਿੱਚ, ਕਦੀ ਕਿਸੇ ਦਰ ਤੇ, ਕਦੀ ਕਿਸੇ ਦਰਵਾਜ਼ੇ ਤੇ, ਕਦੀ ਕਿਸੇ ਦੇਵਤੇ ਦੇ ਘਰ ਵਿੱਚ, ਕਦੀ ਕਿਸੇ ਦੇਵੀ ਦੇ ਦਰ ਦੇ ਉੱਤੇ ਚਲੇ ਗਏ, ਕਦੀ ਕਿਸੇ ਕਬਰ ਤੇ, ਕਦੀ ਕਿਸੇ ਮੱਟ ਤੇ, ਕਦੀ ਕਿਸੇ ਮੜੀ ਤੇ, ਕਦੀ ਕਿਸੇ ਥਾਂ ਤੇ। ਕਿਉਂਕਿ ਜੀਵ ਕਿੰਨਾ ਭਰਮਦਾ ਹੈ, ਕਿੰਨਾ ਭਟਕਦਾ ਹੈ। ਕੋਈ ਇੱਕ ਘਰ ਥੋੜ੍ਹਾ, ਕਈ ਘਰ ਵਹਿੰਦਾ ਹੈ। ਕਿਤੇ ਇੱਕ ਦਰ ਤੇ ਥੋੜ੍ਹਾ ਟਿਕਦਾ ਹੈ, ਕਈਆਂ ਦਰਾਂ ਤੇ ਜਾਂਦਾ। ਇਹ ਬਾਹਰੀ ਤੌਰ ਤੇ ਵੀ ਕਈਆਂ ਘਰਾਂ ਦੇ ਵਿੱਚ ਗਿਆ, ਕਈਆਂ ਦਰ ਨਾਮ ਦਰਵਾਜ਼ੇ ਦਾ, ਕਈਆਂ ਦਰਵਾਜ਼ਿਆਂ ਤੇ ਗਿਆ, ਕਈਆਂ ਦੇ ਜਾ ਦਰਵਾਜ਼ੇ ਖੜਕਾਏ, ਕਈਆਂ ਦੇ ਬੂਹੇ ਖੜਕਾਏ ਜਾ ਕੇ। ਕਦੀ ਕਿਸੇ ਦੇਵਤੇ ਦਾ, ਕਦੀ ਕਿਸੇ ਦੇਵੀ ਦਾ, ਕਦੀ ਕਿਸੇ ਕਬਰ ਦਾ, ਕਦੀ ਕਿਸੇ ਮੜੀ ਮੱਟ ਦਾ, ਤੇ ਫਿਰ ਫਿਰ ਕੇ ਆਖਰਕਾਰ ਥੱਕ ਗਿਆ। ਕਿਉਂਕਿ ਥੱਕਣਾ ਹੀ ਪੈਣਾ। ਉਥੋਂ ਮੁਰਾਦ ਪੂਰੀ ਨਹੀਂ ਹੋਈ। ਇੱਕ ਦਰ ਛੱਡ ਕੇ ਫਿਰ ਦੂਜੇ ਤੇ ਜਾਂਦਾ ਹੈ, ਦੂਜਾ ਛੱਡ ਕੇ ਫਿਰ ਤੀਜੇ ਕੋਲੇ ਜਾਂਦਾ, ਵਾਰ-ਵਾਰ ਘੁੰਮਦਾ ਫਿਰਦਾ ਬਹੁਤੇ ਘਰਾਂ ਦੇ ਵਿੱਚ। ਇਸੇ ਤਰ੍ਹਾਂ ਇਹ ਤੇ ਦੂਸਰਾ ਭਾਵ ਹੈ ਵੀ ਕਈਆਂ ਘਰਾਂ ਦੇ ਵਿੱਚ ਜਨਮ ਲੈ ਕੇ ਫਿਰਿਆ, ਕਈਆਂ ਦੇ ਦਰਵਾਜ਼ੇ ਤੇ ਗਿਆ, ਵਾਰ-ਵਾਰ ਕਦੀ ਕਿਸੇ ਘਰ ਦੇ ਵਿੱਚ, ਕਦੀ ਕਿਸੇ ਦਰ ਤੇ ਜਨਮ ਹੋਇਆ, ਕਦੀ ਕਿਸੇ ਘਰ ਵਿੱਚ ਜਨਮ ਹੋਇਆ। ਇਹ ਜੰਮਣ ਮਰਨ ਵਿੱਚ ਪਿਆ ਫਿਰ ਕਰਕੇ ਜਨਮ ਮਰਨ ਦੇ ਵਿੱਚ ਬਹੁਤੇ ਘਰਾਂ ਵਿੱਚ ਜਾ ਕੇ ਜਨਮ ਲੈਣਾ ਕੀਤਾ, ਤੇ ਇਹ ਆਵਾਗੁਣ ਵਿੱਚ ਪੈ ਕਰਕੇ ਥੱਕ ਗਿਆ। ਮਹਾਰਾਜ ਮੇਰੀ ਜਿੰਦ ਥੱਕ ਗਈ ਹੈ, ਬਹੁਤੇ ਘਰਾਂ, ਬਹੁਤੇ ਦਰਵਾਜ਼ਿਆਂ ਤੇ ਜਾ ਜਾ ਕੇ। ਜਾਤੇ ਅਸੰਖ ਅੰਤ ਨਹੀਂ ਕਿ ਮੇਰੇ। ਮਹਾਰਾਜ ਕਿੰਨੀਆਂ ਕੁ ਜਾਤੀਆਂ ਵਿੱਚ ਜਨਮ ਲਿਆ। ਜਾਤ ਨਾਮ ਜਾਤੀ ਦਾ ਹੈ, ਤੇ ਜਾਤ ਨਾਮ ਜਨਮ ਦਾ ਵੀ ਹੈ। ਅਸੰਖ, ਜਿਹਦੀ ਸੰਖਿਆ ਹੀ ਨਹੀਂ ਹੋ ਸਕਦੀ, ਅਣਗਿਣਤ, ਸੰਖਿਆ ਤੋਂ ਰਹਿਤ ਅਣਗਿਣਤ ਹੀ ਜਾਤੀਆਂ ਦੇ ਵਿੱਚ ਮੈਨੂੰ ਜਾ ਕਰਕੇ ਜਨਮ ਲੈਣਾ ਪਿਆ। ਅਨੇਕਾਂ ਜਾਤੀਆਂ ਵਿੱਚ, ਕਦੀ ਕਿਸੇ ਜਾਤ ਵਿੱਚ, ਕਦੀ ਕਿਸੇ ਜਾਤ ਵਿੱਚ। ਅੰਤ ਨਹੀਂ ਮੇਰੇ ਜਨਮਾਂ ਦਾ ਕੋਈ ਅੰਤ ਨਹੀਂ ਹੈ। ਕਿੰਨੀਆਂ ਕੁ ਜਾਤੀਆਂ ਦੇ ਵਿੱਚ ਮੈਂ ਜਾ ਕੇ ਜਨਮ ਲਿਆ ਹੈ, ਉਹਨਾਂ ਜਾਤੀਆਂ ਦਾ ਵੀ ਅੰਤ ਨਹੀਂ। ਅਣਗਿਣਤ ਥਾਵਾਂ ਦੇ ਉੱਤੇ, ਘਰਾਂ ਦਰਾਂ ਦੇ ਵਿੱਚ ਮੈਂ ਫਿਰਦਾ ਫਿਰਦਾ ਥੱਕ ਗਿਆ। ਮੇਰੀ ਜਿੰਦ ਥੱਕ ਗਈ ਹੈ, ਮੇਰੀ ਕੋਈ ਗਿਣਤੀ ਹੀ ਨਹੀਂ ਹੈ ਕਿੰਨੇ ਥਾਵਾਂ ਤੇ ਮੈਂ ਗਿਆ ਹਾਂ। ਏਤੇ ਮਾਤ ਪਿਤਾ ਸੁਤ ਧੀਆ। ਜਗਿਆਸੂ ਬੇਨਤੀ ਕਰਦਾ, ਮਹਾਰਾਜ ਕਿਤਨੇ ਹੀ ਮੇਰੇ ਮਾਤਾ ਹੋਏ, ਕਿਤਨੇ ਹੀ ਮੇਰੇ ਪਿਤਾ ਹੋਏ, ਕਿਤਨੇ ਹੀ ਅਣਗਿਣਤ ਹੀ ਪੁੱਤਰ ਹੋਏ, ਤੇ ਅਣਗਿਣਤ ਹੀ ਕਿਤਨੇ ਹੀ ਧੀਆਂ ਹੋਈਆਂ। ਕਿਉਂਕਿ ਜਦੋਂ ਜਨਮ ਅਸੰਖੀ ਹੋਏ ਆ, ਗਿਣਤੀ ਤੋਂ ਪਰੇ, ਫਿਰ ਉਹਨੇ ਹੀ ਜਨਮ ਦੇਣ ਵਾਲੇ ਹੋਣੇ ਨਾ।
ਵਾਰ-ਵਾਰ ਜਨਮ ਲਿਆ, ਵਾਰ-ਵਾਰ ਮਾਤਾ ਪਿਤਾ ਮਿਲੇ, ਵਾਰ-ਵਾਰ ਆਪ ਕਿਸੇ ਦਾ ਪਿਤਾ ਮਾਤਾ ਬਣਿਆ। ਕਈ ਮੇਰੇ ਮਾਤਾ ਬਣੇ ਤੇ ਕਈ ਪਿਤਾ ਬਣੇ, ਤੇ ਕਈਆਂ ਦਾ ਮੈਂ ਪੁੱਤਰ ਬਣਿਆ, ਕਈਆਂ ਦੀ ਧੀ ਬਣਿਆ। ਕਿਉਂਕਿ ਹਰ ਵਾਲੀ ਇਹਨੂੰ ਜੇ ਮਰਦ ਹੈ ਤੇ ਮਰਦ ਦਾ ਜਾਮਾ ਹੀ ਥੋੜਾ ਮਿਲਦਾ, ਇਸਤਰੀ ਦਾ ਜਾਮਾ ਵੀ ਮਿਲ ਜਾਂਦਾ। ਇਹ ਨਹੀਂ ਕਿ ਜਿਹੜਾ ਮਨੁੱਖ ਮਰਦ ਹੈ ਉਹ ਕਈਆਂ ਜਨਮਾਂ ਵਿੱਚ ਗਿਆ ਤੇ ਵਾਰ-ਵਾਰ ਉਹਨੂੰ ਇਹ ਮਰਦ ਜਾਮਾ ਹੀ ਮਿਲੇਗਾ। ਨਹੀਂ, ਇਸਤਰੀ ਦਾ ਜਾਮਾ ਵੀ ਮਿਲਦਾ, ਇਸਤਰੀ ਨੂੰ ਮਰਦ ਦਾ ਜਾਮਾ ਵੀ ਮਿਲਦਾ। ਇਸ ਕਰਕੇ ਜਗਿਆਸੂ ਬੇਨਤੀ ਕਰਦਾ ਹੈ, ਮਹਾਰਾਜ ਵਾਰ-ਵਾਰ ਜੰਮਿਆ ਮਰਿਆ ਹਾਂ, ਵਾਰ-ਵਾਰ ਭਰਮਿਆ ਭਟਕਿਆ ਹਾਂ, ਥੱਕ ਗਿਆ ਹਾਂ। ਅਣਗਿਣਤ ਜਨਮ ਹੋਏ ਆ, ਕੋਈ ਅੰਤ ਨਹੀਂ ਹੈ। ਤੇ ਕਿਤਨੇ ਕੁ ਮੇਰੇ ਮਾਤਾ ਪਿਤਾ ਹੋਏ, ਉਹ ਵੀ ਅਣਗਿਣਤੀ ਹੋਏ, ਉਹਨਾਂ ਦੀ ਵੀ ਸੰਖਿਆ ਕੋਈ ਨਹੀਂ, ਗਿਣਤੀ ਕੋਈ ਨਹੀਂ ਹੈ। ਤੇ ਕਿਤਨਿਆਂ ਦਾ ਮੈਂ ਮਾਤਾ ਪਿਤਾ ਬਣਿਆ ਹਾਂ, ਕਈ ਵਾਰੀ ਮਾਂ ਬਣਿਆ ਤੇ ਕਈ ਵਾਰੀ ਪਿਤਾ ਬਣਿਆ, ਕਈ ਵਾਰੀ ਕਿਸੇ ਦਾ ਪੁੱਤਰ ਬਣਿਆ ਤੇ ਕਈ ਵਾਰੀ ਕਿਸੇ ਦੀ ਧੀ ਬਣਿਆ। ਕੋਈ ਗਿਣਤੀ ਹੈ ਹੀ ਨਹੀਂ। ਭਗਤ ਕਬੀਰ ਸਾਹਿਬ ਜੀ ਦਾ ਬਚਨ ਆਉਂਦਾ ਹੈ ਕਿ ਉਹ ਪਰਮੇਸ਼ਰ ਬਹੁਤ ਬੇਅੰਤ ਹੈ। ਨਾਰੀ ਤੇ ਜੋ ਪੁਰਖ ਕਰਾਵੈ, ਪੁਰਖਨ ਤੇ ਜੋ ਨਾਰੀ, ਕਹੋ ਕਬੀਰ ਸਾਧੂ ਕੋ ਪ੍ਰੀਤਮ, ਤਿਸ ਮੂਰਤ ਬਲਿਹਾਰੀ। ਕਹਿੰਦੇ ਉਹ ਪਰਮੇਸ਼ਰ ਨਾਰੀ ਤੋਂ ਪੁਰਖ ਬਣਾ ਦਿੰਦਾ ਹੈ ਤੇ ਪੁਰਖ ਤੋਂ ਨਾਰੀ ਬਣਾ ਦਿੰਦਾ ਹੈ। ਇਸ ਕਰਕੇ ਜੀਵ ਆਪਣੇ ਕਰਮਾਂ ਦੇ ਮੁਤਾਬਕ ਪਰਮੇਸ਼ਰ ਦੇ ਹੁਕਮ ਦੇ ਨਾਲ ਕਈ ਵਾਰੀ ਮਾਂ ਤੇ ਕਈ ਵਾਰੀ ਪਿਓ ਬਣਦਾ, ਕਈ ਵਾਰੀ ਪੁੱਤਰ ਤੇ ਕਈ ਵਾਰੀ ਧੀ ਬਣਦਾ। ਤੇ ਇਹਨਾਂ ਸੰਬੰਧਾਂ ਦੇ ਵਿੱਚ ਕਿਤਨੇ ਹੀ ਜਨਮ ਲਏ ਹਨ, ਕੋਈ ਅੰਤ ਨਹੀਂ ਹੈ, ਕੋਈ ਗਿਣਤੀ ਨਹੀਂ ਹੈ। ਵਾਰ-ਵਾਰ ਇਹ ਆਵਾਗਾਉਣ ਵਿੱਚ ਪੈ ਕਰਕੇ ਇਸੇ ਨੂੰ ਆਖਿਆ ਹੈ, ਕਿਰਤ ਕਰਮ ਕੇ ਵਿਛੁੜੇ, ਕਰ ਕਿਰਪਾ ਮਿਲਹੁ ਰਾਮ। ਚਾਰ ਕੁੰਟ ਦਹਿ ਦਿਸ ਭ੍ਰਮੇ, ਥੱਕ ਆਏ ਪ੍ਰਭ ਕੀ ਸਾਮ। हे ਪ੍ਰਭੂ ਜੀ, ਅਸੀਂ ਆਪਣੇ ਕੀਤੇ ਹੋਏ ਕਰਮਾਂ ਦੇ ਮੁਤਾਬਕ ਕਿਰਤ ਕਰਮ ਕੇ ਵਿਛੜੇ, ਤਾਂ ਵਿਛੜੇ ਹਾਂ। ਤੁਸੀਂ ਕਿਰਪਾ ਕਰਕੇ ਸਾਨੂੰ ਆਪਣੇ ਨਾਲ ਮਿਲੋ। ਆਪ ਜੀ ਤੋਂ ਵਿਛੜ ਕਰਕੇ 4 ਕੁੰਟ, 4 ਕੁੰਟਾਂ ਵਿੱਚ ਦਹਿ ਦਿਸ ਭ੍ਰਮੇ, 10 ਦਿਸ਼ਾਵਾਂ ਵਿੱਚ ਭਰਮਣਾ ਕੀਤਾ, ਭਟਕਣਾ ਕੀਤਾ। ਕਰ ਕਿਰਪਾ ਮਿਲਹੁ ਰਾਮ। ਮਹਾਰਾਜ ਕਿਰਪਾ ਕਰਕੇ ਆਪਣੇ ਨਾਲ ਮੇਲ। ਸਾਡੀ ਐਸੀ ਹਾਲਤ ਹੈ, ਧੇਨ ਦੁੱਧੈ ਤੇ ਬਾਹਰੀ, ਕਿਤੇ ਨਾ ਆਵੇ ਕਾਮ। ਜਲ ਬਿਨ ਸਾਖ ਕੁਮਲਾਵਤੀ, ਉਪਜਹਿ ਨਾਹੀ ਦਾਮ। ਹਰ ਨਾਹ ਨਾ ਮਿਲੀਐ ਸਾਜਣੈ, ਕਤ ਪਾਈਐ ਬਿਸਰਾਮ। ਜਿਤ ਘਰ ਹਰ ਕੰਤ ਨਾ ਪ੍ਰਗਟਈ, ਭੱਠ ਨਗਰ ਸੇ ਗ੍ਰਾਮ। ਸਰਬ ਸੀਗਾਰ ਤੰਬੋਲ ਰਸ, ਸਣ ਦੇਹੀ ਸਭ ਖਾਮ। ਪ੍ਰਭ ਸੁਆਮੀ ਕੰਤ ਵਿਹੂਣੀਆ, ਮੀਤ ਸੱਜਣ ਸਭ ਜਾਮ। ਨਾਨਕ ਕੀ ਪ੍ਰਭ, ਨਾਨਕ ਕੀ ਬੇਨੰਤੀਆ, ਕਰ ਕਿਰਪਾ ਦੀਜੈ ਨਾਮ। ਹਰ ਮੇਲਹੁ ਸੁਆਮੀ ਸੰਗ, ਪ੍ਰਭ ਜਿਸ ਕਾ ਨਿਹਚਲ ਧਾਮ। ਮਾਰੇ ਆਪ ਜੀ ਦਾ ਹੀ ਨਿਹਚਲ ਧਾਮ ਹੈ, ਆਪ ਜੀ ਦਾ ਹੀ ਨਿਹਚਲ ਘਰ ਹੈ, ਸਦਾ ਰਹਿਣ ਵਾਲਾ ਘਰ ਹੈ। ਸਾਨੂੰ ਆਪਣੇ ਨਾਲ ਮਿਲਣਾ ਕਰੋ। ਤੇ ਆਪ ਜੀ ਤੋਂ ਵਿਛੜ ਕਰਕੇ ਬਹੁਤ ਘਰਾਂ ਵਿੱਚ ਜਨਮ ਲੈ ਕਰਕੇ ਕਿਸੇ ਦੇ ਮਾਤਾ, ਕਿਸੇ ਦੇ ਪਿਤਾ ਬਣਨਾ ਪਿਆ ਹੈ, ਕਿਸੇ ਦਾ ਪੁੱਤਰ ਬਣਨਾ ਪਿਆ, ਕਿਸੇ ਦੀ ਧੀ ਬਣਨਾ ਪਿਆ ਹੈ। ਇਹ ਕਿਤਨੀ ਵਾਰੀ ਇਸ ਤਰ੍ਹਾਂ ਸਿਲਸਿਲਾ ਚੱਲਦਾ ਰਿਹਾ ਹੈ। ਜਿਤੇ ਗੁਰ ਚੇਲੇ ਪੁਨ ਹੂਆ, ਤੇ ਕਿਤਨਿਆਂ ਦਾ ਹੀ ਗੁਰੂ ਬਣਿਆ ਤੇ ਕਿਤਨਿਆਂ ਦੇ ਚੇਲੇ ਬਣਨਾ ਕੀਤਾ ਹੈ। ਪੁਨ ਹੂਆ, ਫਿਰ ਹੋਇਆ। ਮਹਾਰਾਜ ਕਹਿੰਦੇ ਵੀ ਇਸ ਤਰ੍ਹਾਂ ਦੀ ਹਾਲਤ ਜੀਵ ਦੀ ਹੋਈ ਆ
ਕਿਤਨਿਆਂ ਦਾ ਇਹ ਗੁਰੂ ਵੀ ਬਣਿਆ ਹੈ ਤੇ ਕਿੰਨੀ ਵਾਰੀ ਚੇਲਾ ਵੀ ਹੋਇਆ ਹੈ। ਫਿਰ ਚੇਲਾ ਵੀ ਬਣਿਆ, ਕਈ ਵਾਰੀ ਇਹ ਚੇਲੇ ਬਣਿਆ ਤੇ ਕਈ ਵਾਰੀ ਇਹ ਗੁਰੂ ਬਣਿਆ। ਇਹ ਗੁਰੂ ਅਨੰਤ ਕਲਾ ਵਾਲਾ ਨਹੀਂ ਬਣਿਆ ਵੀ ਅਨੰਤ ਕਲਾ ਹੋਏ ਠਾਕੁਰ ਚੜਿਆ। ਕੱਚਾ ਪਿੱਲਾ ਜਿਹਾ ਗੁਰੂ ਬਣਿਆ, ਕਿਉਂਕਿ ਗੁਰੂ ਸਾਰੇ ਸੰਸਾਰ ਵਿੱਚ ਪੂਰੇ ਹੀ ਥੋੜਾ ਵਾ ਕਿਤੇ। ਗੁਰੂ ਕਹਾਉਣ ਦਾ ਤੇ ਹਰ ਇੱਕ ਦਾ ਜੀ ਕਰਦਾ ਹੀ ਹੈ ਨਾ ਵੀ ਮੈਂ ਗੁਰੂ ਹੀ ਬਣਾ। ਕਿਉਂਕਿ ਜਿਵੇਂ ਕਹਿੰਦੇ ਵੀ ਉਹ ਸਾਖੀ ਆਉਂਦੀ ਇੱਕ, ਕਿਸੇ ਮਹਾਂਪੁਰਖ ਕੋਲੇ ਕੋਈ ਗਿਆ ਸੇਵਕ, ਤੇ ਉਹ ਮਹਾਂਪੁਰਖ ਨੇ ਪੁੱਛਿਆ ਵੀ ਕੀ ਬਣਨਾ ਤੂੰ, ਗੁਰੂ ਬਣਨਾ ਕਿ ਚੇਲਾ ਬਣਨਾ? ਕਹਿੰਦਾ ਵੀ ਵੱਡਾ ਕੌਣ ਹੁੰਦਾ ਹੈ? ਉਹਨੇ ਕਿਹਾ ਵੱਡਾ ਤੇ ਗੁਰੂ ਹੀ ਹੁੰਦਾ। ਕਹਿੰਦਾ ਫਿਰ ਚੇਲਾ ਬਣ ਕੇ ਕੀ ਕਰਨਾ? ਫਿਰ ਗੁਰੂ ਹੀ ਬਣ ਗਏ ਕਿ ਫਿਰ ਗੁਰੂ ਹੀ ਬਣ ਗਏ। ਇਸ ਕਰਕੇ ਮਨੁੱਖ ਦਾ ਸੁਭਾਅ ਹੈ ਸੰਸਾਰ ਦੇ ਵਿੱਚ, ਇਸ ਕਰਕੇ ਇਹ ਕਈ ਵਾਰੀ ਗੁਰੂ ਵੀ ਬਣਿਆ, ਕਿਉਂਕਿ ਸੰਸਾਰ ਵਿੱਚ ਪਖੰਡ ਦੀ ਪੂਜਾ ਹੈ। ਫਿਰ ਨਕਲੀ ਗੁਰੂ ਬਣ ਕੇ ਬੈਠ ਜਾਂਦੇ, ਅਸਲੀ ਤੇ ਇੱਕ ਹੀ ਹੈ, ਪੂਰਾ ਤੇ ਇੱਕੋ ਹੀ ਹੈ। ਤੇ ਨਕਲੀ ਗੁਰੂਆਂ ਨੇ ਭਾਈ ਮੰਜੀਆਂ ਲਾਈਆਂ ਹੋਈਆਂ। ਪੂਰੇ ਗੁਰੂ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਹਨ, ਤੇ ਉਹ ਗਰੀਬ ਨਵਾਜ ਸਾਹਿਬ ਜੀ ਅੰਦਰ ਚੌਂਕੜਾ ਲਾ ਕੇ ਬੈਠੇ ਹੋਏ ਆ, ਤੇ ਬਾਰ-ਬਾਰ ਧੀਰਮਲ ਤੇ ਆਦਿਕ ਹੋਰ ਸਾਰੇ ਉਹਨਾਂ ਨੇ ਬਾਈ ਮੰਜੀਆਂ ਲਾਈਆਂ ਪਈਆਂ। ਪਰ ਫਰਕ ਵਾ ਪੂਰੇ ਦੇ ਵਿੱਚ ਤੇ ਅਧੂਰੇ ਦੇ ਵਿੱਚ। ਫਰਕ ਇਹ ਆ ਵੀ ਅਧੂਰਾ ਰੀਸ ਕਰ ਸਕਦਾ, ਤਖਤ ਆਪਣਾ ਲਵਾ ਸਕਦਾ ਪੂਰੇ ਵਾਂਗੂ, ਚੌਰ ਕਰਵਾ ਸਕਦਾ, ਚੰਦੋਆ ਵੀ ਲਵਾ ਲੂਗਾ, ਮੱਥਾ ਵੀ ਟਿਕਾ ਲੂਗਾ, 5-10 ਲੱਖ ਦਾ ਇਕੱਠ ਵੀ ਕਰ ਲੂਗਾ, ਕਰੋੜਾਂ ਤੀਕ ਵੀ ਮਗਰ ਲੱਗ ਜਾਂਦੇ ਲੋਕ। ਕਹਿੰਦੇ ਵੀ ਫਲਾਣੇ ਗੁਰੂ ਦੇ 2 ਕਰੋੜ ਚੇਲੇ ਆ, ਕਰੋੜਾਂ ਨਾਲ ਵੀ ਲੋਕ ਮਗਰ ਲੱਗ ਜਾਂਦੇ, ਮੱਥੇ ਟੇਕ ਦੇਣਗੇ। ਪਰ ਜਿਸ ਮੌਕੇ ਤੇ ਬੇੜਾ ਬੰਨੇ ਲਾਉਣ ਦੀ ਗੱਲ ਆਉਣੀ ਆ, ਉਸ ਵੇਲੇ ਪੂਰੇ ਨਹੀਂ ਲਾਉਣਾ, ਅਧੂਰੇ ਨੇ ਨਹੀਂ ਲਾਉਣਾ, ਕਿਉਂਕਿ ਅਧੂਰੇ ਦਾ ਤੇ ਬੇੜਾ ਆਪਦਾ ਡੁੱਬ ਜਾਣਾ। ਬੇੜਾ ਬੰਨੇ, ਜਹਾਜ਼ ਬੰਨੇ ਤਾਂ ਪੂਰਾ ਗੁਰੂ ਹੀ ਲਾਵੇਗਾ। ਜਦੋਂ ਮੱਖਣ ਸ਼ਾਹ ਲੁਬਾਣੀ ਨੇ ਅਰਦਾਸ ਕੀਤੀ ਸੀ, ਉਹਨੇ ਸਿਰਫ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਦੀ ਗੱਦੀ ਦਾ ਧਿਆਨ ਧਰ ਕੇ, ਗੁਰਤਾ ਗੱਦੀ ਦਾ ਧਿਆਨ ਧਰ ਕੇ, ਵੀ ਹੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਤਖਤ ਦੇ ਮਾਲਕ ਸਤਿਗੁਰੂ, ਕਿਰਪਾ ਕਰੋ ਤੇ ਮੇਰਾ ਇਹ ਜਹਾਜ਼ ਸਮੁੰਦਰ ਵਿੱਚ ਅਟਕ ਗਿਆ, ਬਰੇਤੇ ਤੇ ਚੜ ਗਿਆ, ਤੇ ਬੰਨੇ ਲਾਓ। ਤੇ ਸਤਿਗੁਰੂ ਨਾਵੇਂ ਪਾਤਸ਼ਾਹ ਮਹਾਰਾਜ ਸਾਹਿਬ ਉਹਨਾਂ ਦਿਨਾਂ ਝੱਲੇ ਪ੍ਰਗਟ ਨਹੀਂ ਸੀ ਹੋਏ। 8ਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਦਿੱਲੀਓਂ ਹੀ 5 ਪੈਸੇ ਰੱਖ ਕੇ, ਨਾਲੀਏ ਰੱਖ ਕੇ, ਧਿਆਨ ਨਾਲ ਹੀ ਪ੍ਰਕਰਮਾ ਕਰਕੇ, ਉੱਥੋਂ ਹੀ ਨਮਸਕਾਰ ਕਰਕੇ ਕਹਿ ਦਿੱਤਾ ਸੀ, ਬਾਬਾ ਬਕਾਲੇ, ਬਾਬਾ ਬਸੇ ਜੇ ਗ੍ਰਾਮ ਬਕਾਲੇ, ਬਨ ਗੁਰ ਸੰਗਤ ਸਕਲ ਸੰਭਾਲੇ। ਸੰਸਾਰੀ ਰਿਸ਼ਤੇ ਵਜੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਬਾਬਾ ਜੀ ਹੀ ਲੱਗਦੇ ਸਨ। ਬਾਬਾ ਜੀ ਦਾ ਭਰਾ ਬਾਬਾ ਹੀ ਹੁੰਦਾ ਹੈ। ਬਾਬਾ ਦਾਦਾ ਜੀ ਨੂੰ ਕਿਹਾ ਜਾਂਦਾ ਹੈ ਆਮ ਕਰਕੇ। ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸਾਹਿਬ ਜੀ ਦੇ ਪਿਤਾ ਜੀ 7ਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ, ਤੇ ਗੁਰੂ ਹਰਿਰਾਏ ਸਾਹਿਬ 7ਵੇਂ ਪਾਤਸ਼ਾਹੀ ਦੇ ਪਿਤਾ ਜੀ ਬਾਬਾ ਗੁਰਦਿੱਤਾ ਜੀ, ਤੇ ਬਾਬਾ ਗੁਰਦਿੱਤਾ ਜੀ ਦੇ ਸਭ ਤੋਂ ਛੋਟੇ ਭਰਾਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਇਸ ਕਰਕੇ ਦਾਦਾ ਜੀ ਦੇ ਭਰਾਤਾ ਉਹ ਦਾਦਾ ਜੀ ਲੱਗੇ, ਤੇ ਦਾਦਾ ਜੀ ਨੂੰ ਕਿਹਾ ਜਾਂਦਾ ਬਾਬਾ, ਬਾਬਾ ਜੀ। ਤਾਂ ਬਾਬਾ ਅੱਖਰ ਕਹਿੰਦੇ ਵਰਤਿਆ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ। ਬਾਬਾ ਬਸੇ ਜੇ ਗ੍ਰਾਮ ਬਕਾਲੇ, ਬਣ ਗੁਰ ਸੰਗਤ ਸਕਲ ਸੰਭਾਲੇ। ਸੰਗਤ ਨੂੰ ਕਹਿ ਦਿੱਤਾ ਬਾਬਾ ਬਕਾਲੇ। ਹੁਣ ਮਹਾਰਾਜ ਸਾਹਿਬ ਜੀ ਤਾਂ ਆਪਣੇ ਘਰ ਵਿੱਚ ਹੀ ਰਹਿੰਦੇ ਹਨ।
ਇਹ ਬਾਬਾ ਬਕਾਲਾ ਸਾਹਿਬ ਜੋ ਨਗਰ ਹੈ, ਪਹਿਲਾਂ ਇਸ ਦਾ ਇਕੱਲਾ ਨਾਮ ਬਕਾਲਾ ਸੀ। ਫਿਰ 8ਵੇਂ ਪਾਤਸ਼ਾਹ ਮਹਾਰਾਜ ਦੇ ਬਚਨ ਕਹਿਣ ਕਰਕੇ ਇਸ ਨਗਰ ਦਾ ਨਾਮ ਸ੍ਰੀ ਬਾਬਾ ਬਕਾਲਾ ਸਾਹਿਬ ਪਿਆ। ਔਰ ਇੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਿਬ ਜੀ ਦੇ ਸਤਿਕਾਰਯੋਗ ਦਾਦੀ ਮਾਤਾ ਜੀ ਨੇ ਆਪਣਾ ਸਰੀਰ ਤਿਆਗਿਆ। ਜਾਂ ਇਸ ਤਰ੍ਹਾਂ ਕਹੀਏ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਿਬ ਜੀ ਦੇ ਪਿਤਾ ਜੀ ਮੀਰੀ ਪੀਰੀ ਦੇ ਮਾਲਕ, ਬੰਦੀ ਛੋੜ ਦਾਤਾ, 6ਵੇਂ ਪਾਤਸ਼ਾਹ ਦੇਗ ਦੇਗ ਦੇ ਧਣੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਮਾਤਾ ਜੀ ਧੰਨ ਮਾਤਾ ਗੰਗਾ ਜੀ। 5ਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਮਹਿਲ ਮਾਤਾ ਗੰਗਾ ਜੀ ਨੇ ਬਾਬਾ ਬਕਾਲਾ ਨਗਰ ਦੇ ਵਿੱਚ ਸੱਚਖੰਡ ਪਿਆਨਾ ਕੀਤਾ, ਇੱਥੇ ਸਰੀਰ ਤਿਆਗਿਆ। ਦੂਸਰਾ ਕਾਰਨ ਇੱਥੇ ਰਹਿਣ ਦਾ ਮਹਾਰਾਜ ਦਾ ਇਹ ਸੀ ਕਿ ਇਹ ਨਾਨਕਾ ਪਿੰਡ ਵਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ, ਜੋ ਬਾਬਾ ਬਕਾਲਾ ਪਿੰਡ ਹੈ ਨਾ, ਇਹ ਸਤਿਗੁਰੂ ਜੀ ਦੇ ਨਾਨਕਿਆਂ ਦਾ ਨਗਰ ਆ। ਮਾਤਾ ਨਾਨਕੀ ਜੀ ਦਾ ਪੇਕਾ ਪਿੰਡ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਮਾਤਾ ਜੀ ਮਾਤਾ ਨਾਨਕੀ ਜੀ, ਉਹਨਾਂ ਦਾ ਇਹ ਪੇਕਾ ਪਿੰਡ। ਇਹ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਜੀ ਨੇ ਸ੍ਰੀ ਕੀਰਤਪੁਰ ਸਾਹਿਬ ਤੋਂ ਮਾਤਾ ਨਾਨਕੀ ਜੀ ਨੂੰ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ, ਮਾਤਾ ਗੁਜਰ ਕੌਰ ਜੀ ਨੂੰ ਇਹ ਬਚਨ ਕਹਿ ਕੇ ਆਖਿਆ ਸੀ ਵੀ ਤੁਸੀਂ ਉੱਥੇ ਚਲੇ ਜਾਓ। ਮਾਤਾ ਜੀ ਨੂੰ ਕਿਹਾ ਸੀ ਆਪਣੇ ਪੇਕੇ ਨਗਰ ਚਲੇ ਜਾਓ, ਨਾਲੇ ਉੱਥੇ ਸਾਡੇ ਮਾਤਾ ਜੀ ਮਾਤਾ ਗੰਗਾ ਜੀ ਦਾ ਅੰਗੀਠਾ ਸਾਹਿਬ ਹੈ, ਉਹਦੀ ਸਾਂਭ ਸੰਭਾਲ ਕਰਾਇਓ। ਮਹਾਰਾਜ ਸਾਹਿਬ ਜੀ ਇੱਥੇ ਰਹਿ ਰਹੇ ਆ ਆਪਣੇ ਘਰ ਦੇ ਵਿੱਚ। ਹੁਣ ਸਿੱਖ ਨੇ ਸਮੁੰਦਰ 'ਚ ਅਰਦਾਸ ਕੀਤੀ ਹੈ, ਇੱਧਰ ਪ੍ਰਗਟ ਵੀ ਨਹੀਂ ਹੋਏ ਸੰਗਤ ਦੇ ਵਿੱਚ 9ਵੇਂ ਪਾਤਸ਼ਾਹ, ਤੇ ਮੱਖਣ ਸ਼ਾਹ ਲਵਾਣੇ ਦਾ ਜਹਾਜ਼ ਬੰਨੇ ਲਾਇਆ ਸਮੁੰਦਰ ਤੇ। ਜਿਸ ਵੇਲੇ ਮੱਖਣ ਸ਼ਾਹ ਆਉਂਦਾ ਅੱਗੇ 22 ਮੰਜੀਆਂ ਲੱਗੀਆਂ ਹੋਈਆਂ, ਸਾਰਿਆਂ ਅੱਗੇ 2-2 ਮੋਹਰਾਂ ਰੱਖ ਕੇ ਸਾਰਿਆਂ ਨੂੰ ਪਰਖਿਆ, ਸਭ ਨੇ ਸਿਰੋਂ ਪਾਉ ਦਿੱਤੇ, ਸਭ ਨੇ ਆਸ਼ੀਰਵਾਦਾਂ ਦਿੱਤੀਆਂ। ਧੀਰਮਲ ਦੇ ਕੋਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਵੀ ਸੀ। ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ ਹੀ ਗਿਆ ਸੀ ਮੱਖਣ ਸ਼ਾਹ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ 5 ਮੋਹਰਾਂ ਰੱਖ ਕੇ ਮੱਥਾ ਟੇਕਿਆ ਸੀ। ਧੀਰਮਲ ਦੇ ਅੱਗੇ 2 ਮੋਹਰਾਂ ਰੱਖ ਕੇ ਮੱਥਾ ਟੇਕਿਆ, ਬਾਕੀ ਸਾਰਿਆਂ ਅੱਗੇ 2-2 ਮੋਹਰਾਂ ਰੱਖ ਕੇ ਮੱਥਾ ਟੇਕਿਆ। ਸਾਰਿਆਂ ਨੇ ਆਸ਼ੀਰਵਾਦਾਂ ਦਿੱਤੀਆਂ, ਪਰ ਅਰਦਾਸ ਅੰਦਰ ਇਹ ਕੀਤੀ ਵੀ ਜਿਹੜੇ ਪੂਰੇ ਸਤਿਗੁਰੂ ਆ, ਇਹ ਪੂਰੇ ਸਤਿਗੁਰੂ ਤੁਸੀਂ ਮੇਰਾ ਜਹਾਜ਼ ਬੰਨੇ ਲਾਇਆ, ਮੈਂ ਆਪ ਜੀ ਨੂੰ ਜਾਣਦਾ ਨਹੀਂ, ਦਰਸ਼ਨ ਵੀ ਨਹੀਂ ਕੀਤੇ, ਪਹਿਲੀ ਵਾਰੀ ਦਰਸ਼ਨ ਕਰਨੇ ਆ। ਤੁਸੀਂ ਤਾਂ ਮੈਨੂੰ ਜਾਣਦੇ ਜੇ ਨਾ, ਤੁਸੀਂ ਅੰਤਰਜਾਮੀ ਸਤਿਗੁਰੂ, ਇਸ ਕਰਕੇ ਮੈਂ ਤਾਂ ਹੁਣ ਸਾਰਿਆਂ ਅੱਗੇ 2-2 ਮੋਹਰਾਂ ਰੱਖ ਕੇ ਮੱਥਾ ਟੇਕਾਂਗਾ ਤੇ ਤੁਸੀਂ ਕਿਰਪਾ ਕਰਕੇ ਮੰਗ ਕੇ ਆਪਣੀ ਭੇਟਾ ਲੈ ਲਿਓ। ਜਦੋਂ ਸਾਰਿਆਂ ਅੱਗੇ 2-2 ਮੋਹਰਾਂ ਰੱਖ ਕੇ ਕਿਸੇ ਨੇ ਵੀ ਨਹੀਂ ਮੰਗ ਕੇ ਲਿਆ, ਮਨ ਬੜਾ ਉਦਾਸ ਹੋਇਆ ਵੀ ਇਹ ਸਾਰੇ ਹੀ ਅਧੂਰੇ, ਪੂਰਾ ਕੋਈ ਵੀ ਨਹੀਂ ਇਹਨਾਂ ਦੇ ਵਿੱਚ। ਫਿਰ ਨਗਰ ਵਾਲੇ ਤੋਂ ਕਿਸੇ ਤੋਂ ਪੁੱਛਿਆ ਵੀ ਇੱਥੇ ਹੋਰ ਵੀ ਕੋਈ ਹੈ, ਤਾਂ ਉਸਨੇ ਦੱਸਿਆ ਵੀ ਹਾਂ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਸ੍ਰੀ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਉਹ ਆਪਣੇ ਘਰ ਵਿੱਚ ਹੀ ਰਹਿੰਦੇ ਆ। ਸਵੇਰੇ ਸ਼ਾਮ ਕੁਝ ਸਮਾਂ ਸੈਰ ਕਰਨ ਵਾਸਤੇ ਬਾਹਰ ਜਾਂਦੇ ਆ, ਨਹੀਂ ਤੇ ਜ਼ਿਆਦਾ ਸਮਾਂ ਆਪਣੇ ਘਰ ਵਿੱਚ ਹੀ ਰਹਿੰਦੇ। ਲੰਮਾ ਸਮਾਂ ਸਤਿਗੁਰੂ ਜੀ ਨੇ ਉੱਥੇ ਜੋ ਨੀਵਾਂ ਮਕਾਨ ਸੀ, ਜਿਸ ਨੂੰ ਭੋਰਾ ਸਾਹਿਬ ਕਿਹਾ ਜਾਂਦਾ, ਮਹਾਰਾਜ ਸਾਹਿਬ ਜੀ ਨੇ ਉੱਥੇ ਭੋਰੇ ਦੇ ਵਿੱਚ ਚੌਂਕੜਾ ਲਾ ਕਰਕੇ ਬੰਦਗੀ ਕੀਤੀ ਹੈ, ਅਰਾਧਨਾ ਕੀਤੀ। ਨਾਲ ਹੀ ਮਾਤਾ ਗੁਜਰ ਕੌਰ ਜੀ, ਨਾਲ ਹੀ ਮਾਤਾ ਨਾਨਕੀ ਜੀ, ਮਹਾਰਾਜ ਦੇ ਮਾਤਾ ਜੀ, ਗੁਰੂ ਕੇ ਮਹਿਲ ਮਾਤਾ ਗੁਜਰੀ ਜੀ। ਜਦੋਂ ਪਤਾ ਲੱਗਾ ਫਿਰ ਸਤਿਗੁਰੂ ਜੀ ਦੇ ਜਾ ਦਰਸ਼ਨ ਕੀਤੇ। ਇਸੇ ਤਰ੍ਹਾਂ 2 ਕੁ ਮੋਹਰਾਂ ਰੱਖ ਕੇ ਨਮਸਕਾਰ ਕੀਤੀ। ਅੰਤਰਜਾਮੀ ਸਤਿਗੁਰੂ ਜੀ ਨੇ ਵਿਚਾਰਿਆ
ਵੀ ਗੁਰੂ ਘਰ ਨੂੰ ਮਾਇਆ ਦੀ ਤਾਂ ਕੋਈ ਕਮੀ ਨਹੀਂ ਹੈ, ਪਰ ਜੇ ਸਿੱਖ ਨੂੰ ਹੁਣ ਨਾ ਦੱਸਿਆ ਤੇ ਇਹਦੀ ਸ਼ਰਧਾ ਵਿੱਚ ਵੀ ਫਰਕ ਪਵੇਗਾ, ਇਹਦੀ ਸ਼ਰਧਾ ਡੋਲੇਗੀ। ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਆਖਿਆ ਵੀ ਸਿੱਖਾ, ਜਦੋਂ ਸਮੁੰਦਰ ਵਿੱਚ ਤੇਰਾ ਜਹਾਜ਼ ਅਟਕਿਆ ਸੀ, ਉਸ ਵੇਲੇ 500 ਮੋਹਰ ਸੁੱਖੀ ਹੈ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ, ਤੇ ਹੁਣ ਆ 2 ਕੀ ਰੱਖਦਾ ਹੈ। ਗੁਰੂ ਘਰ ਨੂੰ ਮਾਇਆ ਦੀ ਭੁੱਖ ਨਹੀਂ, ਪਰ ਸਿੱਖਾ ਤੂੰ 500 ਮੋਹਰ ਦੀ ਅਰਦਾਸ ਕੀਤੀ ਸੀ। ਉਸੇ ਵੇਲੇ ਮਨ ਗਦਗਦ ਹੋ ਗਿਆ, ਖੁਸ਼ੀ ਦੀ ਕੋਈ ਹੱਦ ਨਾ ਰਹੀ। ਤੇ ਦੂਸਰਾ ਬਚਨ ਮਹਾਰਾਜ ਨੇ ਆਖਿਆ ਵੀ ਮੱਖਣ ਸ਼ਾਹ, ਅਸੀਂ ਆਨੰਦ ਵਿੱਚ ਹਾਂ ਤੇ ਸਾਨੂੰ ਪ੍ਰਗਟ ਨਾ ਕਰੀ, ਸਾਨੂੰ ਪ੍ਰਗਟ ਨਾ ਕਰੀ। ਮਹਾਰਾਜ ਕਹਿਣ ਲੱਗੇ ਜੇ ਪ੍ਰਗਟ ਕੀਤਾ ਤੇਰਾ ਮੂੰਹ ਕਾਲਾ ਕਰਾਂਗੇ। ਇਹ ਇਤਿਹਾਸ ਵਿੱਚ ਲਿਖਿਆ, ਮਹਾਰਾਜ ਕਹਿੰਦੇ ਮੂੰਹ ਕਾਲਾ ਕਰਾਂਗੇ। ਤੇ ਫਿਰ ਆਪ ਹੀ ਜਾ ਕਰਕੇ ਚੁੱਲ੍ਹੇ ਕੋਲੇ ਨਾ ਤੇ ਕਾਲਖ ਲੈ ਕਰਕੇ ਆਪਣੇ ਮੂੰਹ ਤੇ ਮਲ ਕੇ ਤੇ ਮਹਾਰਾਜ ਦਾ ਬਚਨ ਪੂਰਾ ਕਰਕੇ ਤੇ ਬੇਨਤੀ ਕੀਤੀ, ਮਹਾਰਾਜ ਸੰਗਤ ਭਰਮ ਰਹੀ ਆ, ਭਟਕ ਰਹੀ ਆ ਕੱਚਿਆਂ ਦੇ ਲੜ ਲੱਗ ਰਹੀ ਹੈ, ਬਾਹਰ ਇੰਨੀਆਂ ਮੰਜੀਆਂ ਲੱਗੀਆਂ ਹੋਈਆਂ, ਉਹ ਸਾਰੀ ਸੰਗਤ ਮਹਾਰਾਜ ਭਟਕ ਰਹੀ ਹੈ, ਕਿਰਪਾ ਕਰੋ ਹੁਣ ਸੰਗਤ ਨੂੰ ਦਰਸ਼ਨ ਦਿਓ। ਫਿਰ ਕੋਠੇ ਤੇ ਚੜ ਗਿਆ ਮੱਖਣ ਸ਼ਾਹ ਲੁਬਾਣਾ ਸੇ, ਉੱਤੇ ਚੜ ਕੇ ਫਿਰ ਚਾਦਰ ਫੇਰੀ, ਪੱਲਾ ਫੇਰਿਆ, ਪੱਲਾ ਫੇਰ ਫੇਰ ਕੇ ਉੱਚੀ ਆਵਾਜ਼ ਦੇ ਨਾਲ ਆਖਿਆ ਕਿ ਗੁਰੂ ਕੀ ਸੰਗਤ ਜੀ, ਗੁਰ ਲਾਧੋ ਰੇ, ਗੁਰ ਲਾਧੋ ਰੇ, ਪੂਰਾ ਗੁਰ ਲਾਧੋ ਰੇ, ਕਿ ਪੂਰਾ ਗੁਰੂ ਲੱਭ ਗਿਆ ਹੈ, ਪੂਰਾ ਗੁਰੂ ਲੱਭ ਗਿਆ ਹੈ। ਇੱਧਰ ਆਓ। ਸੰਗਤਾਂ ਸਾਰੀਆਂ ਫਿਰ ਪੱਲਾ ਫੇਰ ਫੇਰ ਕੇ ਜਦੋਂ ਭਾਈ ਮੱਖਣ ਸ਼ਾਹ ਨੇ ਸੱਦਿਆ ਤੇ ਸਭ ਸੰਗਤਾਂ ਆ ਗਈਆਂ। ਨਾਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਪ੍ਰਗਟ ਕੀਤਾ, ਗੁਰਤਾ ਗੱਦੀ ਦਾ ਤਿਲਕ ਲੱਗਾ, ਸੰਗਤਾਂ ਨੇ ਆ ਕੇ ਭੇਟਾਵਾਂ ਅਰਪਣ ਕੀਤੀਆਂ। ਤੋ ਇਸ ਪ੍ਰਕਾਰ ਦੇ ਨਾਲ ਸਾਧ ਸੰਗਤ ਜੀ, ਅਧੂਰੇ ਜਿਹੜੇ ਹਨ ਉਹ ਗੁਰੂ ਕਹਾ ਸਕਦੇ ਆ, ਮੱਥੇ ਟਿਕਾ ਸਕਦੇ ਆ, ਚੇਲੇ ਬਣਾ ਸਕਦੇ ਆ, ਪਰ ਆਪਣੇ ਸਿੱਖਾਂ ਸੇਵਕਾਂ ਦੇ ਕਾਰਜ ਰਾਸ ਇਸ ਲੋਕ ਦੇ ਵੀ ਨਹੀਂ ਕਰ ਸਕਦੇ ਤੇ ਪ੍ਰਲੋਕ ਦੇ ਤਾਂ ਕਰਨੇ ਕੀ। ਪੂਰਾ ਗੁਰੂ ਇਸ ਲੋਕ ਦੇ ਕਾਰਜ ਵੀ ਰਾਸ ਕਰਦੇ ਆ ਤੇ ਪ੍ਰਲੋਕ ਦਾ ਕਾਰਜ ਵੀ ਪੂਰਾ ਗੁਰੂ ਹੀ ਰਾਸ ਕਰਦਾ। ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਆ, ਪੂਰੇ ਗੁਰੂ ਤੋਂ ਬਿਨਾ ਇਹ ਜੀਵ ਜਿਹੜਾ ਹੈ, ਕਈ ਵਾਰੀ ਇਹ ਮਾਤਾ ਪਿਤਾ ਦੇ ਰੂਪ ਦੇ ਵਿੱਚ ਜਨਮਿਆ, ਕਈ ਵਾਰੀ ਪੁੱਤਰ ਤੇ ਧੀਆਂ ਦੇ ਰੂਪ ਵਿੱਚ ਇਹਨੇ ਜਨਮ ਲਿਆ, ਕਈ ਵਾਰੀ ਇਹ ਗੁਰੂ ਬਣਿਆ, ਕਈ ਵਾਰੀ ਇਹ ਚੇਲੇ ਬਣਿਆ। ਕਿਉਂਕਿ ਗੁਰੂ ਬਣਨ ਦਾ ਵੀ ਇੱਕ ਸੰਸਾਰ ਦੇ ਵਿੱਚ ਇਹ ਦੋਵੇਂ ਪੱਖ ਚੱਲਦੇ, ਹਰੇਕ ਪਾਸੇ 2 ਪੱਖ, ਇੱਕ ਪੂਰਾ ਤੇ ਇੱਕ ਅਧੂਰਾ। ਗੁਰਬਾਣੀ ਅੰਦਰ ਵੇਖੋ, ਪੂਰੇ ਗੁਰੂ ਦੀ ਵੀ ਗੱਲ ਹੈ ਤੇ ਅਧੂਰੇ ਗੁਰੂ ਦੀ ਵੀ ਗੱਲ ਹੈ, ਸੱਚੇ ਗੁਰੂ ਦਾ ਵੀ ਜ਼ਿਕਰ ਹੈ ਤੇ ਕੱਚੇ ਗੁਰੂ ਦਾ ਵੀ ਜ਼ਿਕਰ ਹੈ। ਕਿਉਂਕਿ ਸੱਚੇ ਦੇ ਨਾਲ ਕੱਚਾ ਹੋਣਾ ਹੀ ਹੋਣਾ, ਪੂਰੇ ਦੇ ਨਾਲ ਅਧੂਰਾ ਹੋਣਾ ਹੀ ਆ। ਗੁਰਬਾਣੀ ਅੰਦਰ ਗੁਰੂ ਦਾ ਵੀ ਜ਼ਿਕਰ ਕੀਤਾ ਤੇ ਸਿੱਖ ਦਾ ਵੀ ਜ਼ਿਕਰ ਆ। ਸਿੱਖ ਵੀ ਮਾਰੇ ਕਹਿੰਦੇ ਵਿਰਲੇ ਵਿਰਲੇ ਪੂਰੇ ਸਿੱਖ ਵਾ, ਬਹੁਤੇ ਅਧੂਰੇ ਸਿੱਖ ਵਾ। ਫਿਰ ਸੰਤ, ਸਾਧੂ, ਗੁਰਮੁਖ, ਬ੍ਰਹਮ ਗਿਆਨੀ, ਇਹ ਜਿੰਨੀਆਂ ਪਦਵੀਆਂ ਹਨ ਧਰਮ ਦੇ ਵਿੱਚ ਗੁਰਬਾਣੀ ਅੰਦਰ ਜਿਨ੍ਹਾਂ ਦਾ ਜ਼ਿਕਰ ਆਇਆ, ਉਹ ਵਿਰਲੇ ਵਿਰਲੇ ਪੂਰੇ ਆ, ਬਹੁਤੇ ਅਧੂਰੇ ਆ। ਸੰਤ ਵੀ ਕੋਈ ਵਿਰਲਾ ਵਿਰਲਾ, ਮਹਾਰਾਜ ਨੇ ਆਖਿਆ ਕਰੋੜਾਂ ਚੋਂ ਕੋਈ ਹੈ ਸੰਤ। ਤੇ ਜੇ ਨਿਗਾਹ ਮਾਰ ਕੇ ਵੇਖੋ ਤੇ ਕਰੋੜਾਂ ਦੀ ਗਿਣਤੀ ਵਿੱਚ ਆ ਸੰਸਾਰ ਦੇ ਵਿੱਚ। ਪਰ ਮਹਾਰਾਜ ਕਹਿੰਦੇ ਵੀ ਕੋਟਣ ਮੈਂ ਕੋ, ਕਰੋੜਾਂ ਚੋਂ ਕੋਈ ਆ। ਕੋਟਣ ਮੈਂ ਨਾਨਕ ਕੋ, ਨਾਰਾਇਣ ਜਿਹ ਚੀਤ, ਜਿਸ ਦੇ ਚਿੱਤ ਵਿੱਚ ਨਾਰਾਇਣ, ਉਹ ਕਰੋੜਾਂ ਚੋਂ ਕੋਈ ਵਿਰਲਾ। ਦੋਵੇਂ ਪਾਖੀ ਆ। ਪੂਰਿਆਂ ਦਾ ਵੀ ਜ਼ਿਕਰ ਕੀਤਾ ਹੈ ਗੁਰਬਾਣੀ ਅੰਦਰ ਤੇ ਅਧੂਰਿਆਂ ਦਾ ਵੀ ਜ਼ਿਕਰ ਕੀਤਾ।
ਜਦੋਂ ਪੂਰੇ ਦਾ ਜ਼ਿਕਰ ਸਾਧੂ ਦਾ, ਸੰਤ ਦਾ, ਭਗਤ ਕਬੀਰ ਸਾਹਿਬ ਜੀ ਕਰਦੇ ਆ, ਜਦੋਂ ਪੂਰੇ ਦਾ ਕਰਦੇ ਤੇ ਇਸ ਤਰ੍ਹਾਂ ਕਹਿੰਦੇ, ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ। ਕਹਿੰਦੇ ਰਾਮ ਮੁਕਤੀ ਦੇਣ ਦਾ ਦਾਤਾ ਹੈ ਤੇ ਸੰਤ ਨਾਮ ਜਪਾਉਂਦਾ ਹੈ। ਫਿਰ ਇਸੇ ਤਰ੍ਹਾਂ ਕਹਿੰਦੇ, ਕਬੀਰ ਸੰਗਤ ਕਰੀਐ ਸਾਧ ਕੀ, ਸਾਧੂ ਦੀ ਸੰਗਤ ਕਰ, ਗੁਰਮੁਖ ਦੀ ਸੰਗਤ ਕਰ। ਦਿਨ ਦਿਨ ਦੂਣਾ ਹੇਤ, ਦਿਨ ਪ੍ਰਤੀ ਦਿਨ ਦੂਣਾ ਪ੍ਰੇਮ ਵਧੇਗਾ ਵਾਹਿਗੁਰੂ ਪਰਮੇਸ਼ਰ ਦੇ ਨਾਲ, ਗੁਰੂ ਸਾਹਿਬ ਦੇ ਨਾਲ। ਸਾਖਤ ਕਾਰੀ ਕਾਂਬਰੀ ਧੋਏ ਹੋਏ ਨਾ ਸੇਤ, ਕਬੀਰ ਸੰਗਤ ਸਾਧ ਕੇ ਐਸੇ ਬਚਨ ਕਰਦੇ ਆ। ਉਥੇ ਉਹ ਨਾਲ ਫਿਰ ਪਖੰਡ ਦਾ ਵੀ ਖੰਡਨ ਕਰਦੇ, ਕਹਿੰਦੇ ਵੀ ਸਾਰੇ ਸਾਧੂ ਤੇ ਸਾਰੇ ਸੰਤ ਨਹੀਂ ਹੁੰਦੇ। ਦੂਸਰਾ ਪੱਖ ਵਿਖਾਉਂਦੇ ਹੋਇਆ ਕਹਿੰਦੇ ਆ, ਗੱਜ ਸਾਢੇ ਤੈ ਤੈ ਧੋਤੀਆਂ, ਤੇਹਰੇ ਪਾਇਨ ਤੱਗ, ਗਲੀ ਜਿਨ੍ਹਾਂ ਜਪ ਮਾਲੀਆ, ਲੋਟੇ ਹੱਥ ਨਿਬੱਗ। ਓਏ ਹਰ ਕੇ ਸੰਤ ਨਾ ਆਖੀਐ ਬਾਨਾਰਸ ਕੇ ਠੱਗ, ਐਸੇ ਸੰਤ ਨਾ ਮੋਕੋ ਭਾਵੈ, ਡਾਲਾ ਸਿਓ ਪੇਟਾ ਗਟਕਾਵੈ। ਤਾਂ ਕਹਿੰਦੇ ਵੀ ਇਸ ਤਰ੍ਹਾਂ ਭੇਖ ਦੇ ਵਿੱਚ ਠੱਗ ਵੀ ਹਨ। ਤਾਂ ਸਤਿਗੁਰੂ ਗਰੀਬ ਨਵਾਜ ਕਹਿੰਦੇ ਵੀ ਕਈ ਵਾਰੀ ਇਹ ਗੁਰੂ ਤੇ ਕਈ ਵਾਰੀ ਚੇਲੇ ਵੀ ਬਣਿਆ, ਇਹ ਵੀ ਭਟਕਣਾ ਵਿੱਚ ਹੀ ਹੈ। ਕਿਉਂਕਿ ਕੱਚਾ ਗੁਰੂ ਜਿਹੜਾ ਹੈ, ਭਾਵੇਂ ਉਹ ਗੁਰੂ ਤੇ ਬਣ ਗਿਆ, ਉਹਨੂੰ ਲੱਖਾਂ ਦੀ ਗਿਣਤੀ ਵਿੱਚ ਲੋਕ ਨਮਸਕਾਰਾਂ ਕਰਨ ਲੱਗ ਪਏ, ਕਰੋੜਾਂ ਦੀ ਗਿਣਤੀ ਵਿੱਚ ਮੱਥਾ ਟੇਕਣ ਲੱਗ ਪਏ, ਪਰ ਕੱਚਾ ਜਿਹੜਾ ਉਹ ਫਿਰ ਵੀ ਹੈ ਭਟਕਣਾ ਦੇ ਵਿੱਚ ਹੀ ਹੈ, ਉਹਦੀ ਭਟਕਣਾ ਨਹੀਂ ਦੂਰ ਹੋਈ। ਜਿਵੇਂ ਛੇਵੇਂ ਪਾਤਸ਼ਾਹ ਦੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕੱਚੇ ਗੁਰੂ ਦਾ ਤੇ ਕੱਚੇ ਚੇਲਿਆਂ ਦਾ, ਕਿਉਂਕਿ ਕੱਚੇ ਗੁਰੂ ਦੇ ਕੱਚੇ ਹੀ ਚੇਲੇ ਹੋਣੇ ਆ। ਜਿਹੜਾ ਜਿਸ ਦਾ ਗੁਰੂ ਪੂਰਾ ਹੈ ਉਹਦੇ ਸਿੱਖ ਵੀ ਪੂਰੇ ਹੋਣਗੇ, ਜਿਹੜਾ ਗੁਰੂ ਪੂਰਾ ਹੈ ਉਹਦੇ ਚੇਲੇ ਵੀ ਪੂਰੇ ਹੋਣਗੇ। ਤੇ ਜਿਹੜਾ ਗੁਰੂ ਹੀ ਅਧੂਰਾ ਹੈ, ਕੱਚਾ ਪਿੱਲਾ ਹੈ, ਉਹਦੇ ਫਿਰ ਚੇਲੇ ਵੀ ਤਾਂ ਕੱਚੇ ਹੀ ਹੋਣੇ ਆ। ਮਹਾਰਾਜ ਸਾਹਿਬ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਵਿਚਰ ਰਹੇ ਮਾਲਵੇ ਦੇ ਵਿੱਚ, ਤੇ ਸਤਿਗੁਰੂ ਸਾਹਿਬ ਜੀ ਉਹ ਝਿੜੀ ਜੀ ਦੇ ਲਾਗਿਓਂ ਲੰਘ ਰਹੇ ਸਨ, ਤਾਂ ਉਹ ਸੱਪ ਤੁਰਿਆ ਆਉਂਦਾ। ਬਾਬਾ ਬਿਧੀ ਚੰਦ ਸਾਹਿਬ ਜੀ, ਭਾਈ ਜੇਠਾ ਜੀ ਆਦਿਕ ਸਿੱਖ ਮਹਾਰਾਜ ਦੇ ਨਾਲ ਬੇਨਤੀ ਕੀਤੀ, ਮਹਾਰਾਜ ਸੱਪ ਨੂੰ ਪਾਸੇ ਕਰ ਦਈਏ ਜਾਂ ਆਗਿਆ ਹੋਵੇ ਤੇ ਮਾਰ ਦਈਏ। ਸਤਿਗੁਰੂ ਕਹਿੰਦੇ ਨਾ ਮਾਰਨਾ ਵਾ ਤੇ ਨਾ ਪਾਸੇ ਹੀ ਕਰਨਾ, ਸਾਡੇ ਵੱਲ ਨੂੰ ਆ ਰਿਹਾ ਵਾ, ਆਉਣ ਦਿਓ, ਸਾਡੀ ਸ਼ਰਨ ਵਿੱਚ ਆ ਰਿਹਾ। ਜਦੋਂ ਨੇੜੇ ਆਇਆ, ਮਹਾਰਾਜ ਸਾਹਿਬ ਜੀ ਨੇ ਚਰਨਾਂ 'ਚ ਜੋੜਾ ਪਾਇਆ ਹੋਇਆ, ਤੇ ਸਤਿਗੁਰੂ ਜੀ ਨੇ ਠੋਕਰ ਮਾਰੀ ਆਪਣੇ ਚਰਨਾਂ ਦੀ। ਜਦੋਂ ਮਹਾਰਾਜ ਸਾਹਿਬ ਜੀ ਨੇ ਚਰਨ ਛੁਹਾਇਆ ਨਾ, ਤੇ ਉਹਦੀ ਸਾਰੀ ਚਮੜੀ ਪਾਟ ਗਈ, ਸੱਪ ਦੀ ਪੁਤਲਾ ਹਿੱਸਾ ਜਿਹੜਾ ਸੀ ਨਾ ਚਮੜੀ, ਉਹ ਪਾਟ ਗਈ, ਤੇ ਵਿੱਚ ਕੀੜੇ ਪਏ ਹੋਏ, ਕਿਰਮ ਪਏ ਹੋਏ ਆ ਸੱਪ ਦੇ ਅੰਦਰ, ਤੇ ਉਹ ਕੁਰਬਲ ਕੁਰਬਲ ਕਰਦੇ, ਤੇ ਸੱਪ ਦਾ ਵਿੱਚੋਂ ਮਾਸ ਖਾ ਰਹੇ। ਉੱਤੋਂ ਜਦੋਂ ਉਹਦਾ ਮਾਸ ਪਾਟਾ, ਉਹਦੀ ਚਮੜੀ ਪਾਟੀ, ਤੇ ਵਿੱਚ ਕੀੜੇ ਪਏ। ਸਿੱਖਾਂ ਨੇ ਪੁੱਛਿਆ, ਮਹਾਰਾਜ ਇਹ ਕੀ? ਸਤਿਗੁਰੂ ਕਹਿੰਦੇ ਆਪੇ ਦੱਸੇਗਾ। ਉਹਦੇ ਵਿੱਚੋਂ ਪ੍ਰਕਾਸ਼ ਵਾਲੀ ਰੂਹ ਨਿਕਲਦੀ। ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਲਾ ਸੀ, ਤਾਂ ਹੀ ਇਹ ਸਾਰਾ ਕੌਤਕ ਵਰਤਿਆ। ਉਹ ਮਹਾਰਾਜ ਦੇ ਸਾਹਮਣੇ ਉਹ ਰੂਹ, ਉਹ ਆਤਮਾ ਖਲੋਂਦੀ ਹੈ। ਸਤਿਗੁਰੂ ਕਹਿੰਦੇ ਸਾਡੇ ਸਿੱਖਾਂ ਨੂੰ ਸਾਰੀ ਆਪਣੀ ਵਿਥਿਆ ਦੱਸ। ਕਹਿਣ ਲੱਗਾ, ਜੀ ਮੈਂ ਬਹੁਤ ਵੱਡਾ ਵਿਦਵਾਨ ਸੀ, ਲੋਕ ਮੇਰੀ ਕਥਾ ਸੁਣਨ ਵਾਸਤੇ ਆਉਂਦੇ ਹੁੰਦੇ ਸੀ, ਮੈਨੂੰ ਮਾਇਆ ਦਿੰਦੇ ਸਨ, ਮਾਇਆ ਭੇਟ ਕਰਦੇ ਸੀ, ਰੁਪਈਏ ਦਿਆ ਕਰਦੇ ਸਨ, ਤੇ ਮੈਂ ਕਥਾ ਕਰਦਿਆਂ ਨਾ ਵਿਦਵਾਨ ਤੋਂ ਫਿਰ ਗੁਰੂ ਬਣ ਗਿਆ। ਬਹੁਤੇ ਸੰਸਾਰ ਦੇ ਵਿੱਚ ਜਿਹੜੇ ਆ ਨਾ, ਉਹ ਕਥਾ ਕਰਦਿਆਂ ਮੁੜ ਕੇ ਗੁਰੂ ਬਣ ਕੇ ਬਹਿ ਜਾਂਦੇ। ਪਹਿਲੋਂ ਕਥਾ ਕਰਦੇ ਆ,
फिर थोड़े जे चेले बने, एक पिंड दे बन गए, एक शहर दे बन गए, फिर जिले च प्रसिद्धि हो गई, फिर सूबे च हो गई, फिर सारे, फिर 2-4 गेड़े विदेशों दे लग गए, मशहूरी जी वाहवा हो गई। ਤੇ ਫਿਰ ਉਹਨਾਂ ਸਮਝਿਆ ਵੀ ਲੋਕੀ ਤੇ ਆਪਣੇ ਤੇ ਬੜੀ ਸ਼ਰਧਾ ਕਰਨ ਲੱਗ ਪਏ ਐ, ਇਸ ਕਰਕੇ ਹੁਣ ਆਪਾਂ ਕਥਾ ਜ਼ਰੂਰ ਕਰਨੀ ਆ ਤੇ ਆਪਾਂ ਸਿੱਧੇ ਗੁਰੂ ਬਣੀਏ ਹਾਂ। ਕਿ ਕਥਾ ਸੁਣਾ ਕੇ ਮਹਾਰਾਜ ਦਾ ਉਪਦੇਸ਼ ਸੁਣਾਉਣਾ ਪੈਣਾ ਕਿ ਆਹ ਕੁਝ ਕਰੋਗੇ ਤੇ ਤਾਂ ਬੰਧਨ ਕੱਟੇ ਜਾਣੇ ਆ, ਤੇ ਆਪਾਂ ਸਿੱਧੇ ਹੀ ਆਪਦੇ ਨਾਲ ਜੋੜ ਗਏ ਉਹਨਾਂ ਲੋਕਾਂ ਨੂੰ। ਉਹ ਕਈ ਫਿਰ ਕਥਾਕਾਰ ਤੋਂ ਸਿੱਧੇ ਗੁਰੂ ਹੀ ਬਣ ਗਏ। ਉਹ ਵੀ ਇਸੇ ਤਰ੍ਹਾਂ ਹੀ ਕਹਿੰਦਾ ਹੈ ਤਾਂ ਮੈਂ ਸੀ ਮਹਾਰਾਜ ਪੰਡਤ, ਪੰਡਤ ਕਹਿੰਦੇ ਵਿਦਵਾਨ, ਮੈਂ ਵਿਦਵਾਨ ਸੀ, ਕਥਾ ਕਰਦਾ ਸੀ, ਲੋਕ ਮੇਰੇ ਸ਼ਰਧਾਲੂ ਬਣੇ, ਤੇ ਫਿਰ ਮੈਂ ਆਖਿਆ ਵੀ ਹੁਣ ਇਹ ਸ਼ਰਧਾਲੂ ਬਣੇ ਤੇ ਚੰਗੀ ਤਰ੍ਹਾਂ ਹੀ ਬਣਾਈਏ ਇਹਨਾਂ ਨੂੰ। ਇਹ ਮੈਨੂੰ ਮਾਇਆ ਭੇਟ ਕਰਦੇ ਸੀ ਤੇ ਮੈਂ ਇਹਨਾਂ ਦਾ ਗੁਰੂ ਬਣ ਕੇ ਬਹਿ ਗਿਆ, ਗੁਰੂ ਬਣ ਗਿਆ। ਤੇ ਮੈਂ ਇਹਨਾਂ ਨੂੰ ਆਖਿਆ ਵੀ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ, ਮੈਂ ਤੁਹਾਡਾ ਗੁਰੂ ਹਾਂ ਤੇ ਤੁਸੀਂ ਮੇਰਾ ਹੀ ਧਿਆਨ ਧਰੋ ਤੇ ਮੈਂ ਤੁਹਾਨੂੰ ਮੁਕਤੀ ਦੇਵਾਂਗਾ, ਮੈਂ ਤੁਹਾਡੇ ਬੰਧਨ ਕੱਟਾਂਗਾ। ਹੈ ਨਹੀਂ ਸੀ ਇੰਨੀ ਜੋਗਾ ਮਹਾਰਾਜ, ਮੈਂ ਬੰਧਨ ਤੇ ਮੇਰੇ ਤੋਂ ਆਪਦੇ ਨਹੀਂ ਕੱਟੇ ਜਾਣੇ। ਬੰਦਾ ਆਪਦੀ ਪੰਡ ਚੁੱਕ ਲਵੇ ਇੰਨਾ ਹੀ ਬੜਾ ਵਾ, ਪੰਡ ਤੇ ਆਪਦੀ ਨਹੀਂ ਚੁੱਕੀ ਜਾਂਦੀ, ਦੂਜੇ ਦੀ ਕੀ ਚੁੱਕਣੀ। ਹਾਂ, ਗੁਰਮੁਖ ਜਿਹੜੇ ਆ ਉਹ ਉਧਾਰ ਸਕਦੇ ਆ, ਪਰ ਕਿਵੇਂ? ਨਾਮ ਦੀ ਕਣੀ ਦੇ ਕੇ। ਗੁਰਬਾਣੀ 'ਚ ਬਚਣਾ ਨਾ, ਗੁਰਮੁਖ ਕੋਟ ਉਧਾਰ ਦਾ ਭਾਈ, ਦੇ ਨਾਵੈ ਇੱਕ ਕਣੀ। ਪਰ ਦੇਵੇਗਾ ਉਹ ਜਿਹਦੇ ਕੋਲੇ ਕਣੀ ਹੋਈ, ਜਿਹਦੇ ਆਪਦੇ ਕੋਲੇ ਕਣੀ ਨਾ ਹੋਈ ਉਹਨੇ ਦੇਣੀ ਕੀ ਆ ਕਿਸੇ ਨੂੰ। ਤੇ ਜਿਹਦੇ ਕੋਲੇ ਕਣੀ ਹੁੰਦੀ ਉਹ ਵਿਖਾਵਾ ਨਹੀਂ ਕਰਦਾ, ਉਹ ਪਖੰਡ ਨਹੀਂ ਕਰਦਾ, ਉਹ ਆਪਦੀ ਪੂਜਾ ਨਹੀਂ ਕਰਾਉਂਦਾ। ਕਣੀ ਸੇ ਭਾਈ ਸਾਹਿਬ, ਭਾਈ ਅਦਲੀ ਜੀ ਦੇ ਕੋਲੇ ਜਦੋਂ ਬਾਬਾ ਬਿਧੀ ਚੰਦ ਸਾਹਿਬ ਜੀ ਦਾ ਉਹਨਾਂ ਦੇ ਨਾਲ ਮੇਲ ਹੁੰਦਾ ਵਾ, ਜਦੋਂ ਮੱਝਾਂ ਦੀ ਚੋਰੀ ਕਰਕੇ ਜਾਂਦੇ ਤੇ ਆਖਿਆ ਵੀ ਨਗਰ ਦੇ ਮਗਰ ਆ ਗਏ ਆ ਤੇ ਬਾਬਾ ਜੀ ਬਚਾਓ। ਉਹਨਾਂ ਨੇ ਆਖਿਆ ਉੱਥੇ ਬਹਿ ਜਾ, ਨਾਮ ਜਪ। ਪਿੰਡ ਵਾਲਿਆਂ ਨੂੰ ਆਖਿਆ ਤੁਸੀਂ ਚੋਰ ਤੋਂ ਕੀ ਲੈਣਾ, ਆਪਦੀਆਂ ਮੱਝਾਂ ਲਓ ਤੇ ਵਾਪਸ ਜਾਓ। ਫਿਰ ਬੇਨਤੀ ਕੀਤੀ ਜੀ ਮੈਨੂੰ ਆਪਣਾ ਸਿੱਖ ਬਣਾ ਲਓ। ਕਹਿਣ ਲੱਗੇ ਮੈਂ ਤੇ ਆਪ ਸਿੱਖ, ਮਹਾਰਾਜ ਦਾ ਸਿੱਖ ਵਾਂ, ਤੇ ਮੈਂ ਤੈਨੂੰ ਭਾਈ ਕਿਵੇਂ ਆਪਦਾ ਸਿੱਖ ਬਣਾ ਲਾਂ, ਕਿਉਂਕਿ ਕਣੀ ਸੀ ਨਾਮ ਦੀ ਕੋਲੇ। ਕਹਿੰਦੇ ਚੱਲ ਤੈਨੂੰ ਗੁਰੂ ਸਾਹਿਬ ਦੇ ਲੜ ਲਾਵਾਂ, ਜਿਨ੍ਹਾਂ ਦਾ ਮੈਂ ਸਿੱਖ ਵਾਂ ਉਹਨਾਂ ਦੇ ਦਰ ਤੇ ਤੈਨੂੰ ਲੈ ਜਾਣਾ ਵਾ, ਉਹੀ ਤੇਰਾ ਉਧਾਰ ਕਰਨਗੇ। ਗੁਰੂ ਅਰਜਨ ਸਾਹਿਬ ਜੀ ਮਹਾਰਾਜ, ਭਾਈ ਅਦਲੀ ਜੀ ਆ ਚੋਲਾ ਸਾਹਿਬ ਦੇ ਬਾਰ-ਬਾਰ ਸਥਾਨ ਵਾ ਜਿੱਥੇ ਬਾਬਾ ਬਿਧੀ ਚੰਦ ਸਾਹਿਬ ਜੀ ਦਾ ਉਹਨਾਂ ਨਾਲ ਮਿਲਾਪ ਹੋਇਆ ਸੀ। ਭਾਈ ਅਦਲੀ ਜੀ ਪੰਜਵੇਂ ਪਾਤਸ਼ਾਹ ਦੀ ਸ਼ਰਨ ਵਿੱਚ ਜਾ ਕੇ ਪਾਉਂਦੇ ਆ। ਪੰਜਵੇਂ ਪਾਤਸ਼ਾਹ ਫਿਰ ਆਪਣੀ ਸਿੱਖੀ ਦਿੰਦੇ ਬਾਬਾ ਬਿਧੀ ਚੰਦ ਸਾਹਿਬ ਜੀ। ਪਰ ਜਿਹੜਾ ਅਧੂਰਾ ਵਾ ਉਹ ਆਪਦੇ ਲੜ ਲਾਉਂਦਾ ਹੈ। ਉਸ ਨੇ ਆਖਿਆ ਜੀ ਮੈਂ ਲੋਕਾਂ ਦੀ ਜ਼ਿੰਮੇਵਾਰੀ ਲੈਂਦਾ ਰਿਹਾ, ਮੈਂ ਕਿਹਾ ਤੁਹਾਡੀ ਮੈਂ ਕਲਿਆਣ ਕਰਾਂਗਾ, ਤੁਹਾਨੂੰ ਮੈਂ ਮੁਕਤੀ ਦੇਵਾਂਗਾ, ਤੁਹਾਨੂੰ ਕਿਸੇ ਪਾਸੇ ਜਾਣ ਦੀ ਲੋੜ ਨਹੀਂ, ਤੁਸੀਂ ਮੇਰਾ ਹੀ ਧਿਆਨ ਧਰੋ ਤੇ ਮੇਰੇ ਕੋਲੇ ਹੀ ਆਓ, ਮੇਰੇ ਕੋਲੇ ਆਓ। ਕਿਉਂਕਿ ਇਸ ਤਰ੍ਹਾਂ ਦਾ ਪਖੰਡ ਰਚੂਗਾ ਤੇ ਤਾਂ ਹੀ ਲੋਕ ਆਉਣਗੇ ਨਾ। ਇਹ ਗੱਲ ਵੀ ਬੜੀ ਕਹੀ ਜਾਂਦੀ, ਕਹਿੰਦੇ ਸਾਡੀ ਸਿੱਖੀ ਸੇਵਕੀ, ਆਪਣੀ ਸਿੱਖੀ ਸੇਵਕੀ ਬੜੀ ਹੈ ਜੀ। ਇਹ ਸਿੱਖੀ ਸੇਵਕੀ ਤੇ ਗੁਰੂ ਸਾਹਿਬ ਦੀ ਆ, ਜਿੰਨੀ ਵੀ ਸਿੱਖੀ ਸੇਵਕੀ ਆ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਆ, 10 ਪਾਤਸ਼ਾਹੀਆਂ ਦੀ ਆ, ਗੁਰੂ ਗ੍ਰੰਥ ਸਾਹਿਬ ਜੀ ਦੀ ਆ। ਜਿਹੜੇ ਅਸਲ ਮਹਾਂਪੁਰਖ ਵਾ ਉਹ ਤਾਂ ਗੁਰੂ ਦੇ ਨਾਲ ਜੋੜਦੇ, ਗੁਰੂ ਦੀ ਸਿੱਖੀ ਨਾਲ ਜੋੜਦੇ। ਜਿਹੜੇ ਦੰਭੀ ਪਖੰਡੀ ਉਹ ਫਿਰ ਆਪਣੇ ਨਾਲ ਜੋੜਦੇ। ਉਹਨੇ ਕਿਹਾ ਮੈਂ ਲੋਕਾਂ ਦੀ ਜ਼ਿੰਮੇਵਾਰੀ ਚੁੱਕਦਾ ਰਿਹਾ, ਪਰ ਮਹਾਰਾਜ ਹੈ ਨਹੀਂ ਸੀ ਪੱਲੇ ਮੇਰੇ ਕੱਖ ਵੀ। ਮੇਰਾ ਧਿਆਨ ਜਿਹੜਾ ਉਹ ਸਿਰਫ ਰੁਪਈਆਂ ਵਾਲੇ ਪਾਸੇ ਸੀ, ਵੀ ਜਿੰਨੇ ਚੇਲੇ ਜ਼ਿਆਦੇ ਉਹਨੇ ਰੁਪਈਏ ਜ਼ਿਆਦੇ। ਤੇ ਇਹ ਸਾਰੇ ਮੇਰੇ ਕੋਲੇ ਆਉਂਦੇ ਰਹੇ ਤੇ ਮੇਰਾ ਹੁਣ ਧਿਆਨ ਰੁਪਈਆਂ ਵਿੱਚ ਸੀ। ਤੇ ਮਰਨ ਤੋਂ ਬਾਅਦ ਮਹਾਰਾਜ ਮੈਂ ਸੱਪ ਬਣ ਗਿਆ, ਜਿੰਨੇ ਮੇਰੇ ਚੇਲੇ ਸੀ ਇਹ ਕੀੜੇ ਬਣ ਗਏ। ਮੈਂ ਇਹਨਾਂ ਦੇ ਰੁਪਈਏ ਖਾਧੇ ਸੀ ਤੇ ਮੈਂ ਸੱਪ ਬਣਿਆ। ਇਹਨਾਂ ਨੇ ਆਪਦਾ ਹਿਸਾਬ ਕਿਤਾਬ ਪੂਰਾ ਕਰਨਾ ਸੀ, ਹੁਣ ਕੀੜੇ ਬਣ ਕੇ ਮੇਰਾ ਮਾਸ ਖਾ ਰਹੇ।
ਨਾਲੇ ਚੇਲਿਆਂ ਨੇ ਗੁਰੂ ਦੇ ਵਿੱਚ ਹੀ ਅਭੇਦ ਹੋਣਾ ਹੁੰਦਾ। ਜਿਹੜਾ ਸਿੱਖ ਵਾ ਉਹ ਆਪਦੇ ਗੁਰੂ ਦਾ ਧਿਆਨ ਧਰਦਾ ਵਾ ਤੇ ਸਿੱਖ ਆਪਣੇ ਗੁਰੂ ਵਿੱਚ ਲੀਨ ਹੋ ਜਾਂਦਾ, ਅਭੇਦ ਹੋ ਜਾਂਦਾ। ਤੇ ਜਿਹੜਾ ਗੁਰੂ ਹੀ ਨਕਲੀ ਆ, ਗੁਰੂ ਹੀ ਕੱਚਾ ਪਿੱਲਾ ਵਾ, ਜੇ ਗੁਰੂ ਸੱਪ ਬਣ ਗਿਆ ਤੇ ਚੇਲੇ ਕੀੜੇ ਬਣ ਕੇ ਵਿੱਚ ਜਾਣਗੇ। ਇਸ ਕਰਕੇ ਉਹ ਗੁਰੂ ਜਿਹੜਾ ਬਣਿਆ ਸੀ ਉਹ ਸੱਪ ਬਣਿਆ ਤੇ ਚੇਲੇ ਕੀੜੇ ਬਣ ਕੇ ਉਹਦਾ ਮਾਸ ਖਾ ਰਹੇ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਦੀ ਕਲਿਆਣ ਕੀਤੀ। ਉਹ ਫਿਰ ਮੱਥਾ ਟੇਕ ਕੇ ਉਹਨੇ ਬੇਨਤੀ ਕੀਤੀ, ਮਹਾਰਾਜ ਤੁਹਾਡੇ ਚਰਨਾਂ ਦੀ ਠੋਕਰ ਮੈਨੂੰ ਪ੍ਰਾਪਤ ਹੋਈ ਤੇ ਹੁਣ ਮੇਰਾ ਉਧਾਰ ਹੋਇਆ। ਵੇਖੋ ਅਧੂਰੇ ਦੀ ਕੀ ਹਾਲਤ ਹੈ, ਅਧੂਰਾ ਆਪ ਵੀ ਡੁੱਬਦਾ ਤੇ ਚੇਲਿਆਂ ਨੂੰ ਵੀ ਡੋਬ ਦਿੰਦਾ। ਤੇ ਪੂਰੇ ਗੁਰੂ ਸਾਹਿਬ ਦੇ ਚਰਨਾਂ ਦੀ ਮਾੜੀ ਜੀ ਛੋਹ ਹੀ ਲੱਗ ਜਾਵੇ, ਇੱਕ ਛੋਹ ਹੀ ਲੱਗੀ ਨਾ ਚਰਨਾਂ ਦੀ ਜੁੱਤੀ, ਮਹਾਰਾਜ ਦਾ ਜੋੜਾ, ਤੇ ਉਹਦੀ ਠੋਕਰ ਹੀ ਲੱਗੀ ਪੂਰੇ ਗੁਰੂ ਦੀ ਤੇ ਉਧਾਰ ਕਰ ਦਿੱਤਾ। ਉਹਨੇ ਕਿਹਾ ਮਹਾਰਾਜ ਆ ਮੇਰੇ ਚੇਲੇ ਜਿਹੜੇ ਕੀੜੇ ਬਣੇ ਪਏ ਇਹਨਾਂ ਦਾ ਵੀ ਉਧਾਰ ਕਰ ਦਿਓ। ਛੇਵੇਂ ਪਾਤਸ਼ਾਹ ਨੇ ਉਹਨਾਂ ਦਾ ਵੀ ਉਧਾਰ ਕੀਤਾ। ਉੱਥੇ ਗੁਰਦੁਆਰਾ ਲਧਾਈ ਕੇ ਨਗਰ ਕਲਿਆਣਸਰ ਸਾਹਿਬ ਗੁਰਦੁਆਰਾ ਸਾਹਿਬ ਸੋਭਨੀਕ ਹੈ। ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਉਹ ਅਸਥਾਨ ਪ੍ਰਗਟ ਕੀਤਾ ਸੀ। ਸ੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਦਮਦਮੀ ਟਕਸਾਲ ਦੇ 11ਵੇਂ ਮਹਾਂਪੁਰਖ, ਅਸਥਾਨ ਸੋਭਨੀਕ ਹੈ। ਇਤਿਹਾਸ ਵਿੱਚ ਇਹ ਸਾਖੀ ਆਈ ਹੈ, ਇਤਿਹਾਸ ਆਇਆ। ਤੋ ਇਸ ਤਰ੍ਹਾਂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਫਰਮਾ ਰਹੇ ਆ ਕਿ ਕਈ ਵਾਰੀ ਇਹ ਜੀਵ ਭਰਮਦਾ ਭਟਕਦਾ ਜਨਮ ਲੈਂਦਾ, ਕਈ ਵਾਰੀ ਇਹ ਗੁਰੂ ਬਣਿਆ ਨਕਲੀ ਗੁਰੂ, ਤੇ ਕਈ ਵਾਰੀ ਇਹ ਚੇਲਾ ਬਣਿਆ। ਜਿੰਨਾ ਚਿਰ ਇਹ ਨਕਲੀ ਗੁਰੂ ਬਣਦਾ ਉਹਨਾਂ ਚਿਰ ਇਹਨੂੰ ਜੰਮਣਾ ਮਰਨਾ ਹੀ ਪੈਣਾ। ਜਿੰਨੀ ਵਾਰੀ ਇਹ ਨਕਲੀ ਚੇਲਾ ਬਣਿਆ ਉਹਨਾਂ ਵਾਰੀ ਇਹਨੂੰ ਫਿਰ ਜੰਮਣਾ ਮਰਨਾ ਹੀ ਪੈਣਾ, ਕਿਉਂਕਿ ਨਕਲੀ ਗੁਰੂ ਦਾ ਨਕਲੀ ਚੇਲਾ ਹੀ ਬਣਿਆ। ਜਦੋਂ ਇਹ ਪੂਰੇ ਗੁਰੂ ਦੇ ਲੜ ਲੱਗ ਜਾਵੇਗਾ ਫਿਰ ਇਹਦੀ ਕਲਿਆਣ ਹੋ ਜਾਵੇਗੀ, ਫਿਰ ਬੰਧਨ ਕੱਟੇ ਜਾਣ। ਕੇਤੇ ਗੁਰ ਚੇਲੇ ਫੁਨ ਹੁਆ। ਇੱਕ ਹੋਰ ਵੀ ਮਹਾਂਪੁਰਖ ਦੇ ਜੀਵਨ ਦੀ ਸਾਖੀ ਆਉਂਦੀ ਹੈ। ਉਹ ਜਾ ਰਿਹਾ ਸੀ ਆਪਣੇ ਸੇਵਕਾਂ ਦੇ ਨਾਲ ਤੇ ਕੀ ਵੇਖਿਆ ਵੀ ਇੱਕ ਨਿੱਕੇ ਜਿਹੇ ਸੱਪ ਨੇ ਨਾ ਵੱਡਾ ਸਾਰਾ ਡੱਡੂ ਫੜਿਆ ਆਪਣੇ ਮੂੰਹ ਦੇ ਵਿੱਚ ਪਾਇਆ ਹੋਇਆ, ਤੇ ਉਹ ਲੰਘ ਗਏ ਮਹਾਤਮਾ। 2-3 ਘੰਟਿਆਂ ਬਾਅਦ ਬਾਹਰ ਵਾਪਸ ਆਏ, ਫਿਰ ਵੇਖਿਆ ਵੀ ਉਹ ਨਿੱਕਾ ਜਿਹਾ ਜਿਹੜਾ ਸੱਪ ਹੈ ਨਾ ਉਹਨੇ ਵੱਡਾ ਸਾਰਾ ਡੱਡੂ ਮੂੰਹ ਵਿੱਚ ਪਾਇਆ। ਹੁਣ ਡੱਡੂ ਵੱਡਾ ਸੱਪ ਨਿੱਕਾ ਜਿਹਾ ਨਾ ਉਹਨੂੰ ਛੱਡਦਾ ਵਾ ਤੇ ਨਾ ਅੰਦਰ ਲਗਾਇਆ ਜਾਂਦਾ, ਪਰ ਫੜ ਕੇ ਬੈਠਾ। ਤੇ ਉਹ ਮਹਾਂਪੁਰਖ ਨੇ ਆਪਣੇ ਸੇਵਕਾਂ ਨੂੰ ਦੱਸਿਆ, ਕਹਿਣ ਲੱਗੇ ਵੀ ਇਹ ਨਕਲੀ ਗੁਰੂਆਂ ਦੀ ਆਹ ਹਾਲਤ ਹੁੰਦੀ ਆ, ਉਹ ਚੇਲੇ ਬਣਾ ਲੈਂਦੇ ਆ, ਨਾ ਛੱਡੇ ਜਾਂਦੇ ਆ ਤੇ ਨਾ ਉਹਨਾਂ ਦੀ ਕਲਿਆਣ ਹੀ ਕਰ ਸਕਦੇ, ਨਾ ਉਹ ਛੱਡਣ ਦੀ ਹੀ ਅੰਦਰ ਇੱਛਾ ਬਣਦੀ ਹੈ ਵੀ ਹੁਣ ਇੰਨੀ ਸੰਗਤ ਆਪਣੇ ਮਗਰ ਲੱਗੀ ਆ, ਇੰਨੇ ਸ਼ਰਧਾਲੂ ਬਣੇ, ਹੁਣ ਇੰਨਿਆਂ ਨੂੰ ਛੱਡਣਾ ਕਾਹਤੋਂ। ਛੱਡ ਸਕਦੇ ਨਹੀਂ, ਨਿੱਕੇ ਜਿਹੇ ਜਿਵੇਂ ਸੱਪ ਨੇ ਉਹ ਡੱਡੂ ਵੱਡਾ ਫੜ ਲਿਆ ਤੇ ਅੰਦਰ ਲੰਘਾਇਆ ਨਹੀਂ ਜਾਂਦਾ, ਕਲਿਆਣ ਉਹਨਾਂ ਦੀ ਕਰ ਨਹੀਂ ਸਕਦੇ, ਮੁਕਤੀ ਦੇਣ ਦੀ ਸਮਰੱਥਾ ਵਿੱਚ ਨਹੀਂ ਹੈ। ਕਹਿੰਦੇ ਵੀ ਜਿਵੇਂ ਇਹਦੀ ਹਾਲਤ ਹੋ ਰਹੀ ਨਾ ਨਕਲੀ ਗੁਰੂਆਂ ਦੀ ਸੰਸਾਰ 'ਚ, ਇਸ ਤਰ੍ਹਾਂ ਦੀ ਹਾਲਤ ਆ। ਤੇ ਸਤਿਗੁਰਾਂ ਨੇ ਧੁਰ ਕੀ ਬਾਣੀ 'ਚ ਬਚਨ ਫਰਮਾਏ ਵੀ ਸਤਿਗੁਰ ਕੀ ਰੀਸੈ ਹੋਰ ਕੱਚ ਪਿੱਚ ਬੋਲਦੇ ਸੇ ਕੂੜਿਆਰ ਕੂੜੇ ਝੜ ਪੜੀਐ। ਸਤਿਗੁਰਾਂ ਦੀਆਂ ਰੀਸਾਂ ਬਥੇਰੇ ਕਰਦੇ, ਰੀਸੋ ਰੀਸੀ ਤਖਤ ਲਾ ਕੇ ਬਹਿ ਜਾਣਗੇ, ਚੌਰ ਕਰਾ ਲੈਣਗੇ, ਚੰਦੋਆ ਲਾ ਲੈਣਗੇ, ਰੀਸਾਂ ਸ਼ਰਬਤ ਜਿਹਾ ਘੋਲ ਕੇ ਤੇ ਅੰਮ੍ਰਿਤ ਵੀ ਕਹਿੰਦੇ ਅਸੀਂ ਛਕਾ ਦਿੰਨੇ, ਪਰ ਸਿਰ ਕੌਣ ਲਾ ਕੇ ਜੋੜੇਗਾ। ਤੇ 1.25 ਲੱਖ ਸੇ ਏਕ ਲੜਾਉਂ ਤਬੇ ਗੋਬਿੰਦ ਸਿੰਘ ਨਾਮ ਕਹਾਊ, ਇਹ ਕੰਮ ਕੌਣ ਕਰੇਗਾ। ਰੀਸਾਂ ਕੀਤੀਆਂ ਜਾ ਸਕਦੀਆਂ ਪਰ ਪੂਰਾ ਨਹੀਂ ਉਤਰਿਆ ਜਾ ਸਕਦਾ। ਤਾਂ ਹੀ ਮਹਾਰਾਜ ਸਾਹਿਬ ਜੀ ਨੇ ਆਖਿਆ ਨਾ, ਪੂਰੇ ਗੁਰ ਕਾ ਸੋਹਣੇ ਉਪਦੇਸ਼। ਭਾਈ ਪੂਰੇ ਗੁਰੂ ਦੇ ਲੜ ਲੱਗ, ਪੂਰੇ ਗੁਰੂ ਦਾ ਉਪਦੇਸ਼ ਸੁਣ, ਪੂਰੇ ਗੁਰੂ ਦੀ ਸਿੱਖੀ ਪ੍ਰਾਪਤ ਕਰ। ਤੇ ਅਧੂਰਿਆਂ ਦੇ ਲੜ ਲੱਗ ਕਰਕੇ ਫਿਰ ਵਾਰ-ਵਾਰ ਜੰਮਣਾ ਮਰਨਾ ਪੈਂਦਾ। ਕਈ ਵਾਰੀ ਇਹ ਨਕਲੀ ਗੁਰੂ ਬਣਿਆ, ਕਈ ਵਾਰੀ ਫਿਰ ਇਹ ਚੇਲੇ ਬਣਿਆ ਹੈ। ਕਾਚੇ ਗੁਰ ਤੇ ਮੁਕਤ ਨਾ ਹੁਆ। ਕੱਚੇ ਗੁਰੂ ਦੇ ਲੜ ਲੱਗਣ ਕਰਕੇ ਮੁਕਤੀ ਨਹੀਂ ਪ੍ਰਾਪਤ ਹੋਈ, ਮੁਕਤ ਨਹੀਂ ਹੋਇਆ ਜੀ, ਇਹਦੇ ਬੰਧਨ ਨਹੀਂ ਕੱਟੇ ਗਏ। ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾ ਕੱਟਿਆ ਗਿਆ।
ਝੂਠ ਨਿੰਦਿਆ ਚੁਗਲੀ ਦੇ ਬੰਧਨ ਨਹੀਂ ਕੱਟੇ ਗਏ। ਉਸਤਤੀ ਨਿੰਦਿਆ ਦੇ, ਹੰਗਤਾ ਮਮਤਾ ਦੇ, ਕਰਤਾ ਭੋਗਤਾ ਦੇ ਬੰਧਨ ਜਿਹੜੇ ਪਏ ਹੋਏ ਜੀਵ ਨੂੰ, ਜੰਮਣ ਮਰਨ ਦੇ ਬੰਧਨ, ਵਿਕਾਰਾਂ ਦੇ ਬੰਧਨ, ਪਾਪਾਂ ਦੇ ਬੰਧਨ, ਕੁਰੀਤੀਆਂ ਦੇ ਬੰਧਨ, ਕੁਰੈਤਾਂ ਦੇ ਬੰਧਨ, ਇਹ ਸਾਰੇ ਸੰਗਲ ਪਏ ਹੋਏ ਆ। ਨਾਨਕੀ ਔਗਣ ਜੇਤੜੇ ਤੇਤੇ ਗਲੀ ਜੰਜੀਰ, ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਵੀਰ। ਸੋ ਇਹ ਔਗਣ ਜਿੰਨੇ ਆ ਇਹ ਸਾਰੇ ਬੰਧਨ ਪਏ ਹੋਏ ਆ। ਤੇ ਬੰਧਨ ਕੌਣ ਖੋਲਦਾ ਵਾ? ਪੂਰਾ ਗੁਰੂ। ਤੇ ਜਿਹੜਾ ਕੱਚਾ ਗੁਰੂ ਹੈ, ਅਧੂਰਾ ਗੁਰੂ ਹੈ, ਉਹ ਬੰਧਨ ਨਹੀਂ ਖੋਲ ਸਕਦਾ। ਬੰਧਨ ਉਹੀ ਖੋਲਦਾ ਵਾ ਜਿਹਦੇ ਆਪਣੇ ਖੁੱਲੇ ਹੋਏ ਆ। ਨਾਰਾਇਣ ਨਰਪਤ ਨਮਸਕਾਰੈ, ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੈ। ਜਿਹੜਾ ਆਪ ਮੁਕਤ ਹੈ ਉਹੀ ਤਾਰੇਗਾ ਨਾ, ਜਿਹਦੇ ਬੰਧਨ ਆਪਣੇ ਖੁੱਲੇ ਹੋਏ ਆ। ਪੂਰੇ ਗੁਰੂ ਦੇ ਆਪਣੇ ਬੰਧਨ ਖੁੱਲੇ ਹੋਏ ਆ ਤੇ ਪੂਰਾ ਗੁਰੂ ਸੰਸਾਰ ਦੇ ਬੰਧਨ ਖੋਲਦਾ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਸੰਸਾਰ ਦੇ ਬੰਧਨ ਖੋਲੇ, ਅੱਜ ਵੀ ਖੋਲ ਰਹੇ। ਦਸਾਂ ਪਾਤਸ਼ਾਹੀਆਂ ਨੇ ਬੰਧਨ ਖੋਲੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਰੋਜ਼ ਬੰਧਨ ਖੋਲ ਰਹੇ ਆ, ਮੁਕਤੀ ਦੇ ਰਹੇ ਆ ਸੰਸਾਰ ਨੂੰ। ਪਰ ਜਿਹੜਾ ਕੱਚਾ ਗੁਰੂ ਆ, ਮਹਾਰਾਜ ਕਹਿੰਦੇ ਕਾਚੇ ਗੁਰ ਤੇ ਮੁਕਤ ਨਾ ਹੁਆ। ਕੱਚੇ ਗੁਰੂ ਤੋਂ ਮੁਕਤੀ ਪ੍ਰਾਪਤ ਨਹੀਂ ਹੁੰਦੀ। ਕੱਚਾ ਗੁਰੂ ਆਪ ਵੀ ਬੰਧਨ ਵਿੱਚ ਪਿਆ ਹੋਇਆ ਤੇ ਸੰਸਾਰ ਨੂੰ ਵੀ ਬੰਧਨ ਵਿੱਚ ਪਾਉਂਦਾ। ਕਹਿੰਦੇ ਫਲਾਣੇ ਥਾਂ ਤੇ ਨਾ ਜੀ ਇਕੱਠ ਬੜਾ ਹੁੰਦਾ, ਉਹਨਾਂ ਦੇ ਡੇਰੇ ਉੱਤੇ ਕਹਿੰਦੇ ਬੜੇ ਲੋਕ ਜਾਂਦੇ ਆ, ਉਹਨਾਂ ਦੇ ਬੜੇ ਸਿੱਖ ਬਣ ਗਏ ਆ। ਕਿਉਂ? ਕਿਉਂਕਿ ਉਹ ਕੀ ਕਹਿੰਦੇ ਆ? ਕਹਿੰਦੇ ਜੀ ਉੱਥੇ ਸੌਖਾ ਰਸਤਾ, ਉਹਨਾਂ ਨੇ ਸੌਖਾ ਰਸਤਾ ਦਿੱਤਾ। ਕਿਹੜਾ ਸੌਖਾ ਰਸਤਾ? ਕਹਿੰਦੇ ਉਹ ਆਂਦੇ ਆ ਵੀ ਤੁਹਾਨੂੰ ਕੁਝ ਕਰਨ ਕਰਾਉਣ ਦੀ ਲੋੜ ਨਹੀਂ, ਜੋ ਤੁਹਾਡਾ ਜੀ ਕਰਦਾ ਉਹ ਖਾ ਲਿਆ ਕਰੋ, ਜੋ ਤੁਹਾਡਾ ਜੀ ਕਰਦਾ ਉਹ ਪੀ ਲਿਆ ਕਰੋ, ਜਿਸ ਤਰ੍ਹਾਂ ਦਾ ਜੀ ਕਰਦਾ ਉਸ ਤਰ੍ਹਾਂ ਦੇ ਵਸਤਰ ਪਹਿਨ ਲਿਆ ਕਰੋ, ਜੇ ਉੱਠਣ ਨੂੰ ਜੀ ਕਰਦਾ ਸਵੇਰੇ ਉੱਠ ਪਿਆ ਕਰੋ, ਇਹ ਤੇ ਜੇ ਨਹੀਂ ਉੱਠਣ ਨੂੰ ਜੀ ਕਰਦਾ ਤਾਂ ਸੁੱਤੇ ਰਿਹਾ ਕਰੋ। ਇਸ ਤਰ੍ਹਾਂ ਦੇ ਵੀ ਕਈ ਡੇਰੇ ਚੱਲੇ ਸੰਸਾਰ ਦੇ ਵਿੱਚ। ਫਿਰ ਲੋਕ ਕਹਿੰਦੇ ਆ ਵੀ ਉਧਰ ਨੂੰ ਚੱਲੀਏ, ਇੱਧਰ ਤੇ ਕੰਮ ਔਖਾ ਜਿਹਾ ਲੱਗਦਾ ਵਾ, ਵੀ ਇੱਥੇ ਅੰਮ੍ਰਿਤ ਛਕਣਾ ਹੈ, ਅੰਮ੍ਰਿਤ ਵੇਲੇ ਉੱਠਣਾ ਪੈਣਾ ਵਾ, ਨਿਤਨੇਮ ਕਰਨਾ ਪੈਣਾ ਵਾ, ਬਾਣੀ ਪੜ੍ਹਨੀ ਪੈਣੀ ਆ, ਨਸ਼ੇ ਛੱਡਣੇ ਪੈਣੇ ਆ, ਪੰਜਾਂ ਕਕਾਰਾਂ ਦੀ ਰਹਿਤ 'ਚ ਰਹਿਣਾ ਪੈਣਾ ਵਾ, ਕੁਰੈਤਾਂ ਦਾ ਤਿਆਗ ਕਰਨਾ ਪੈਣਾ ਵਾ, ਸਾਬਤ ਸੂਰਤ ਹੋਣਾ ਪੈਣਾ ਵਾ। ਕਹਿੰਦੇ ਉਹ ਫਲਾਣੇ ਡੇਰੇ ਵਾਲੇ ਤੇ ਕਹਿੰਦੇ ਕੋਈ ਨਹੀਂ, ਭਾਵੇਂ ਤੁਸੀਂ ਸਿਰ ਮੂੰਹ ਮਨਾ ਹੀ ਲਿਆ ਕਰੋ, ਇਸ ਤਰ੍ਹਾਂ ਹੀ ਚੱਲ ਜਾਏਗਾ ਕੰਮ। ਤੁਸੀਂ ਭਾਵੇਂ ਨਸ਼ੇ ਵੀ ਕਰ ਲਿਆ ਕਰੋ, ਜਿਹੜਾ ਜੀ ਕਰਦਾ ਉਹ ਨਸ਼ੇ ਪੀ ਲਿਆ ਕਰੋ। ਫਿਰ ਕਹਿੰਦੇ ਵੀ ਦੁਨੀਆ ਉਧਰ ਨੂੰ ਜ਼ਿਆਦਾ ਜਾਂਦੀ, ਪਰ ਉਹ ਬੰਧਨ ਕੱਟ ਨਹੀਂ ਰਹੇ। ਐਸੇ ਲੋਕ ਤਾਂ ਬੰਧਨਾਂ ਵਿੱਚ ਪਾ ਰਹੇ ਆ ਸਾਧ ਸੰਗਤ। ਉਹ ਸੰਸਾਰੀ ਤੌਰ ਤੇ ਤਾਂ ਜੀਵਾਂ ਨੂੰ ਲੱਗਦਾ ਨਾ ਵੀ ਬੜਾ ਸੌਖਾ ਰਸਤਾ ਜੀ, ਪਰ ਉਹ ਬੰਧਨਾਂ ਵਿੱਚ ਪਾ ਰਹੇ ਆ। ਪੂਰੇ ਗੁਰੂ ਤਾਂ ਸੌਖਾ ਨਹੀਂ। ਪੂਰੇ ਗੁਰੂ ਨੇ ਤਾਂ ਸ੍ਰੀ ਸਾਹਿਬ ਨੰਗੀ ਖਿੱਚੀ ਆ, ਆਖਿਆ ਜਿੰਨੇ ਸਿੱਖੀ ਲੈਣੀ ਪਹਿਲਾਂ ਸਿਰ ਵਢਾਓ ਆ ਕੇ, ਫਿਰ ਸਿੱਖੀ ਦੇਵਾਂਗੇ। ਇੱਥੇ ਤਾਂ ਇਹ ਬਚਨ ਕੀਤਾ, ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇਹ ਪੂਰੇ ਗੁਰੂ ਦੀ ਸਿੱਖੀ ਦਾ ਰਸਤਾ ਤੇ ਇਸ ਤਰ੍ਹਾਂ ਦਾ ਹੈ। ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ, ਤੋ ਆਓ ਹਮਾਰੇ ਪਾਸ। ਫਿਰ ਪੰਜ ਹੀ ਨਿਤਰੇ ਸਨ, ਪੰਜਾਂ ਨੇ ਸੀਸ ਭੇਟਾ ਕੀਤੇ ਤੇ ਮਹਾਰਾਜ ਨੇ ਖਾਲਸਾ ਸਾਜਿਆ। ਪਰ ਇਹ ਪੂਰੇ ਗੁਰੂ ਦੀ ਗੱਲ ਹੈ ਜਿਸ ਨੇ ਬੰਧਨ ਕੱਟੇ ਹਨ। ਮਹਾਰਾਜ ਕਹਿੰਦੇ ਕੱਚੇ ਗੁਰੂ ਦੇ ਪਾਸੋਂ ਬੰਧਨ ਨਹੀਂ ਕੱਟੇ ਜਾਂਦੇ, ਮੁਕਤੀ ਪ੍ਰਾਪਤ ਨਹੀਂ ਹੁੰਦੀ, ਜੀਵ ਜੰਮਣ ਮਰਨ ਵਿੱਚ ਪਿਆ ਰਹਿੰਦਾ ਹੈ। ਇਹ ਕਿਤਨੀਆਂ ਹੀ ਨਾਰ ਨਾਰੀਆਂ ਹਨ, ਜੀਵ ਇਸਤਰੀਆਂ ਹਨ, ਪਰ ਵਰ ਜਿਹੜਾ ਪਤੀ ਹੈ ਉਹ ਇੱਕੋ ਹੀ ਹੈ। ਇੱਕੋ ਹੀ ਪਤੀ ਉਹ ਸਾਰੀ ਜੀਵ ਰੂਪ ਇਸਤਰੀਆਂ ਦੀ ਸਾਂਭ ਸੰਭਾਲ ਕਰਦਾ ਹੈ। ਕਿਤਨੀਆਂ ਹੀ ਭਾਵਨਾ ਵਾਲੀਆਂ ਨਾਰੀਆਂ ਹਨ, ਜੀਵ ਰੂਪ ਇਸਤਰੀਆਂ ਜਗਿਆਸੂ ਹਨ, ਜਿਹੜੇ ਇੱਕ ਪ੍ਰਮਾਤਮਾ ਪਤੀ ਨੂੰ ਸੰਭਾਲਦੇ ਯਾਦ ਕਰਦੇ ਹਨ। ਗੁਰਮੁਖ ਮਰਨ ਜੀਵਨ ਪ੍ਰਭ ਨਾਲ। ਪਰ ਜਿਹੜੇ ਜੀਵ ਪੂਰੇ ਸਤਿਗੁਰੂ ਜੀ ਦੇ ਚਰਨੀ ਲੱਗੇ ਨਾ, ਮੁਖੀ ਗੁਰਾਂ ਦੇ ਸਤਿਗੁਰਾਂ ਦੇ ਚਰਨੀ ਲੱਗੇ, ਉਹ ਗੁਰਮੁਖ ਬਣ ਗਏ। ਤੇ ਗੁਰਮੁਖਾਂ ਦਾ ਮਰਨਾ ਵੀ ਆਪਣੇ ਗੁਰੂ ਦੇ ਨਾਲ ਹੈ ਤੇ ਜੀਵਨਾ ਵੀ ਆਪਣੇ ਗੁਰੂ ਪ੍ਰਭੂ ਦੇ ਨਾਲ ਹੈ। ਮਰਨ ਜੀਵਨ ਪ੍ਰਭ ਨਾਲ। ਉਹ ਕਹਿੰਦੇ ਜਿਉਂਦਿਆਂ ਵੀ ਅਸੀਂ ਆਪਣੇ ਗੁਰੂ ਕੀ ਆਗਿਆ ਵਿੱਚ ਚੱਲਾਂਗੇ
ਭਾਵੇਂ ਕਿਸੇ ਤਰ੍ਹਾਂ ਦੇ ਸੰਕਟ ਝੱਲਣੇ ਪੈਣ, ਦੁੱਖ ਤਕਲੀਫਾਂ ਝੱਲਣੀਆਂ ਪੈਣ, ਪਰ ਆਪਣੇ ਪਰਮੇਸ਼ਰ ਸਤਿਗੁਰੂ ਜੀ ਦਾ ਸਾਥ ਨਹੀਂ ਛੱਡਣਾ। ਗੁਰਮੁਖ ਤੇ ਕਹਿੰਦੇ ਮਰਨਾ ਵੀ ਆਪਣਾ ਗੁਰੂ ਦੇ ਨਾਲ ਹੀ ਹੈ। ਆਪਣਾ ਤਾਂ ਇਤਿਹਾਸ ਭਰਿਆ ਪਿਆ ਹੈ। ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਉਹਨਾਂ ਨੂੰ ਕਿੰਨੇ ਲਾਲਚ ਦਿੱਤੇ ਔਰੰਗਜ਼ੇਬ ਵੱਲੋਂ। ਸੂਬੇ ਬਣਾ ਦਿਆਂਗਾ ਤੁਹਾਨੂੰ, ਜ਼ਗੀਰਾਂ ਦੇ ਦਿਆਂਗਾ ਤੁਹਾਨੂੰ, ਛੱਡ ਦੋ ਸਾਥ, ਛੱਡ ਦੋ ਸਿੱਖੀ। ਉਹਨਾਂ ਕਿਹਾ ਕੁਝ ਨਹੀਂ ਸਾਨੂੰ ਚਾਹੀਦਾ, ਅਸੀਂ ਠੋਕਰ ਮਾਰਦੀਆਂ ਤੇਰੀਆਂ ਲਾਲਚਾਂ। ਕਹਿੰਦੇ ਫਿਰ ਚੀਰ ਦਿੱਤਾ ਜਾਵੇਗਾ ਆਰੇ ਨਾਲ, ਮਤੀ ਦਾਸਾ 2 ਟੁਕੜੇ ਤੇਰੇ ਕਰ ਦਿੱਤੇ ਜਾਣਗੇ। ਭਾਈ ਸਾਹਿਬ ਕਹਿੰਦੇ ਸਿੱਖੀ ਨਹੀਂ ਛੱਡੀ ਜਾ ਸਕਦੀ। ਚੀਰ ਦਿੱਤਾ ਸੀ, 2 ਫਾੜ ਕਰ ਦਿੱਤਾ। ਜੀਵਨ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਬਤੀਤ ਕੀਤਾ ਤੇ ਮਰਨ ਵੇਲੇ ਵੀ ਕਹਿੰਦੇ ਆਖਰੀ ਮੰਗ ਦੱਸ। ਭਾਈ ਮਤੀ ਦਾਸ ਸਾਹਿਬ ਜੀ ਨੇ ਆਖਿਆ ਜਿੱਧਰ ਪਿੰਜਰੇ ਵਿੱਚ ਮੇਰੇ ਸਤਿਗੁਰੂ ਆ ਨਾ, ਉਧਰ ਨੂੰ ਮੇਰਾ ਚਿਹਰਾ ਕਰਿਓ ਜਦੋਂ ਮੇਰੇ ਸਿਰ ਤੇ ਆਰਾ ਰੱਖ ਕੇ ਚੀਰਨ ਲੱਗੋ। ਮਹਾਰਾਜ ਦੇ ਦਰਸ਼ਨ ਕਰਦਿਆਂ ਕਰਦਿਆਂ, ਜਪਜੀ ਸਾਹਿਬ ਦਾ ਪਾਠ ਕਰਦਿਆਂ ਚੀਰੇ ਗਏ, ਸ਼ਹੀਦ ਹੋ ਗਏ। ਭਾਈ ਸਤੀ ਦਾਸ ਰੂਹ ਵਿੱਚ ਲਪੇਟ ਕਰਕੇ, ਪੈਰਾਂ ਵੱਲੋਂ ਅੱਗ ਲਾ ਕਰਕੇ ਜਿਉਂਦੇ ਸਿੱਖ ਨੂੰ ਸਾੜ ਕੇ ਸ਼ਹੀਦ ਕੀਤਾ। ਭਾਈ ਦਿਆਲਾ ਜੀ ਉਬਲਦੀ ਦੇਗ ਵਿੱਚ ਉਬਾਲ ਦਿੱਤੇ ਗਏ। ਜੀਵਨ ਵੀ ਗੁਰੂ ਸਾਹਿਬ ਦੇ ਨਾਲ ਤੇ ਮਰਨਾ ਵੀ ਗੁਰੂ ਸਾਹਿਬ ਜੀ ਦੇ ਨਾਲ। ਉਹਨਾਂ ਨੇ ਹੰਕਾਰ ਵੱਲੋਂ ਮਰਨਾ ਕੀਤਾ ਹੈ। ਐਸੇ ਗੁਰੂ ਕੇ ਪਿਆਰੇ ਜਿਹੜੇ ਹਨ ਤੇ ਮੁਰੀਦ ਹੋਏ ਹਨ ਮਰ ਕਰਕੇ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ। ਆਪਣੇ ਗੁਰੂ ਕੀ ਸਿੱਖਿਆ ਤੇ ਚੱਲਦੇ ਹਨ, ਉਹ ਪ੍ਰਭੂ ਦੇ ਨਾਲ ਮਿਲ ਗਏ ਹਨ। ਜਗਿਆਸੂ ਨੇ ਢੂੰਡ ਕੀਤੀ ਪਰਮੇਸ਼ਰ ਵਾਹਿਗੁਰੂ ਜੀ ਦੀ, 10 ਦਿਸ਼ਾਵਾਂ ਵਿੱਚ ਭਰਮਿਆ। ਢੂੰਡ ਕੀਤੀ ਪਰ ਕਿਤੋਂ ਪ੍ਰਾਪਤੀ ਨਾ ਹੋਈ। ਜਦੋਂ ਪ੍ਰਾਪਤੀ ਹੋਈ ਘਰੈ ਮਹਿ ਪਾਇਆ, ਫਿਰ ਘਰ ਵਿੱਚੋਂ ਹੀ ਪ੍ਰਾਪਤ ਹੋ ਗਿਆ। ਪਹਿਲਾਂ ਢੂੰਡਦਾ ਰਿਹਾ 10 ਦਿਸ਼ਾਵਾਂ ਵਿੱਚ, ਪਰ ਫਿਰ ਹਿਰਦੇ ਰੂਪੀ ਘਰ ਵਿੱਚੋਂ ਹੀ ਪ੍ਰਾਪਤ ਹੋ ਗਿਆ ਜਦੋਂ ਗੁਰੂ ਕੇ ਸ਼ਬਦ ਨਾਲ ਜੁੜ ਗਿਆ। ਜਦੋਂ ਪੂਰੇ ਗੁਰੂ ਸਾਹਿਬ ਜੀ ਦੀ ਕਿਰਪਾ ਹੋਈ, ਮੇਲ ਭਇਆ ਸਤਿਗੁਰੂ ਮਿਲਾਇਆ। ਹਾਂ, ਮੇਲ ਹੋ ਗਿਆ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਲ, ਜਗਿਆਸੂ ਦਾ, ਸਿੱਖ ਦਾ। ਸਤਿਗੁਰੂ ਮਿਲਾਇਆ, ਪਰ ਸਤਿਗੁਰੂ ਜੀ ਨੇ ਮਿਲਾਇਆ। ਸਤਿਗੁਰੂ ਜੀ ਨੇ ਜਿਸ ਵੇਲੇ ਸਿੱਖ ਨੂੰ ਸ਼ਬਦ ਨਾਲ ਮੇਲ ਦਿੱਤਾ, ਆਪਣੀ ਸਿੱਖੀ ਨਾਲ ਮੇਲ ਦਿੱਤਾ, ਤੇ ਸਤਿਗੁਰੂ ਜੀ ਨੇ ਕਿਰਪਾ ਕਰਕੇ ਵਾਹਿਗੁਰੂ ਪਰਮੇਸ਼ਰ ਨਾਲ ਮਿਲਾ ਦਿੱਤਾ। ਇਹ ਪੂਰੇ ਗੁਰੂ ਦੀ ਐਸੀ ਮਹਿਮਾ ਹੈ, ਪੂਰੇ ਗੁਰੂ ਦੀ ਐਸੀ ਵਡਿਆਈ ਹੈ। ਅੱਜ ਦੀ ਇਸ ਪਵਿੱਤਰ ਪੌੜੀ ਦੇ ਅੰਦਰ, 1ਵੀਂ ਪੌੜੀ ਦੇ ਅੰਦਰ ਮਹਾਰਾਜ ਸਾਹਿਬ ਜੀ ਨੇ ਆਖਿਆ, ਭਾਈ ਪੂਰੇ ਗੁਰੂ ਦੀ ਸ਼ਰਨ ਪਾਓ। ਪੂਰੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਪਰਮੇਸ਼ਰ ਵਾਹਿਗੁਰੂ ਹਿਰਦੇ ਘਰ ਵਿੱਚੋਂ ਹੀ ਪ੍ਰਾਪਤ ਹੋ ਜਾਂਦਾ ਹੈ। ਕਾਹੇ ਰੇ ਬਣ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਉਹ ਪਮਦ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ। ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਕੁਝ ਭਾਈ। ਬਾਹਰ ਭੀਤਰ ਏਕੋ ਜਾਨੋ ਇਹੋ ਗੁਰ ਗਿਆਨ ਬਤਾਈ। ਜਨ ਨਾਨਕ ਬਿਨ ਆਪਾ ਚੀਨੇ, ਮਿਟੇ ਨਾ ਭ੍ਰਮ ਕੀ ਕਾਈ। ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮਾਹੇ ਦਿਖਾਇਆ ਥਾ। ਗੁਰੂ ਸਾਹਿਬ ਨੇ ਕਿਰਪਾ ਕੀਤੀ ਤੇ ਫਿਰ ਘਰ ਸੁਖ ਵਸਿਆ, ਬਾਹਰ ਸੁਖ ਪਾਇਆ। ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਪੂਰੇ ਗੁਰੂ ਦੀ ਐਸੀ ਮਹਿਮਾ ਹੈ। ਸਤਿਗੁਰੂ ਜੀ ਦੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦਿਆਂ, ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਆਸੀਸ ਅੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਮੇਲ ਭਇਆ ਸਤਿਗੁਰੂ ਮਿਲਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।